ਸਤਿ ਸ਼੍ਰੀ ਅਕਾਲ ਜੀ, ਮੇਰਾ ਨਾਮ ਪਰਵਿੰਦਰ ਕੌਰ ਹੈ ਔਰ ਅੱਜ ਅਸੀਂ ਬਰਨਾਲੇ ਦੇ ਕਰਮਗੜ੍ਹ ਪਿੰਡ ਵਿੱਚ ਆਏ ਹਾਂ। ਐਡੂਲੈਂਡ ਇਮੀਗ੍ਰੇਸ਼ਨ ਦੀ ਸਾਰੀ ਟੀਮ ਨਾਲ ਆਏ ਹਾਂ। ਇੱਥੇ ਦੇ ਬੱਚਿਆਂ ਨਾਲ ਗੱਲਬਾਤ ਕਰਾਂਗੇ, ਕਿਹੜੀ ਕੰਟਰੀ ਜਾਣਾ ਚਾਹੁੰਦੇ ਨੇ ਉਹ ਔਰ ਆਪਣੇ ਭਵਿੱਖ ਲਈ ਉਹ ਆਪਣੇ ਪੇਰੈਂਟਸ ਲਈ ਆਪਣੇ ਫੈਮਿਲੀ ਲਈ ਉਹ ਕੀ ਕਰਨਾ ਚਾਹੁੰਦੇ ਨੇ, ਉਹ ਸਭ ਜਾਣਦੇ ਹਾਂ। ਆਪਾਂ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਅੰਦਰ ਜਾ ਕੇ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਕੋਮਲਪ੍ਰੀਤ ਜੀ, ਕਿੱਥੋਂ ਹੋ ਤੁਸੀਂ? ਕਰਮਗੜ੍ਹ ਤੋਂ ਜੀ। ਕਿਹੜੀ ਕੰਟਰੀ ਜਾਣਾ ਚਾਹੁੰਦੇ ਹੋ? ਕੈਨੇਡਾ ਜੀ। ਕਿਉਂ ਜਾਣਾ ਚਾਹੁੰਦੇ ਹੋ? ਡ੍ਰੀਮ ਕਰ ਸੀ ਐਂਡ ਬੈਟਰ ਸਟੱਡੀ ਦੀ। ਬੈਟਰ ਸਟੱਡੀ। ਓਕੇ, ਐਂਡ ਸਟੱਡੀ ਕੀ ਹੈ ਤੁਹਾਡੀ? ਨਾਨ ਮੈਡੀਕਲ ਸਟਰੀਮ +2 ਵਿਦ ਨਾਨ ਮੈਡੀਕਲ ਸਟਰੀਮ। +2 ਨਾਨ ਮੈਡੀਕਲ। ਆਇਲਸ 'ਚ ਕਿੰਨੇ ਬੈਂਡ ਆਏ ਆ ਤੁਹਾਡੇ? ਮੈਮ ਪ੍ਰਪੇਅਰ ਕਰ ਰਹੇ ਹਾਂ ਹਲੇ ਆਇਲਸ। ਅੱਜ ਪ੍ਰੀਪਰੇਸ਼ਨ ਕਰ ਰਹੇ ਹੋ? ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਹੈ ਤੁਹਾਡਾ? ਜੀ ਮੇਰਾ ਨਾਮ ਕੁਲਦੀਪ ਕੌਰ। ਕਿਹੜੇ ਪਿੰਡ ਤੋਂ ਆਏ ਹੋ? ਜੀ ਮੈਂ ਕਰਮਗੜ੍ਹ ਤੋਂ ਬਿਲੋਂਗ ਕਰਦੀ ਹਾਂ। ਕਰਮਗੜ੍ਹ ਤੋਂ। ਅੱਗੇ ਤੁਸੀਂ ਕਿੱਥੇ ਜਾਣਾ ਚਾਹੁੰਦੇ ਹੋ? ਜੀ ਮੈਂ ਕੈਨੇਡਾ ਜਾਣਾ ਚਾਹੁੰਦੀ ਹਾਂ। ਕਿਉਂ ਜਾਣਾ ਚਾਹੁੰਦੇ ਹੋ? ਮੈਂ ਆਪਣੀ ਫਰਦਰ ਸਟੱਡੀ ਦੇ ਲਈ ਜਾਣਾ ਚਾਹੁੰਦੀ ਹਾਂ। ਫਰਦਰ ਸਟੱਡੀ। ਹਾਂਜੀ। ਓਕੇ, ਐਂਡ ਅੱਜ ਇੱਥੇ ਕਿਵੇਂ ਆਏ ਤੁਸੀਂ? ਮੈਂ ਅੱਜ ਕਾਉਂਸਲਿੰਗ ਲੈਣ ਆਈ ਹੈਗੀ। ਕਿਸ ਰਿਗਾਰਡਿੰਗ? ਮੈਂ ਕੈਨੇਡਾ ਜਾਣ ਕਾਰਨ ਹਾਂਜੀ। ਲਈ ਤੇ ਵੀ ਮੇਰੀ ਫਰਦਰ ਸਟੱਡੀ ਲਈ ਮੇਰੀ ਕਿਹੜੀ ਯੂਨੀਵਰਸਿਟੀ ਹੋਊਗੀ ਤੇ ਮੈਂ ਹੁਣ ਐਲਸ ਕਰ ਰਹੀ ਹਾਂ ਤੇ ਵੀ ਮੈਂ ਚਾਹੁੰਦੀ ਹਾਂ ਵੀ ਮੈਂ ਉੱਥੇ ਜਾ ਕੇ ਕਿਹੜੀ ਸਟੱਡੀ ਕਰਾਂ, ਕਿਹੜੀ ਮਤਲਬ ਯੂਨੀਵਰਸਿਟੀ ਮੈਨੂੰ ਕਰਨੀ ਚਾਹੀਦੀ ਤੇ ਕਿੰਨੀ ਮੇਰੀ ਰਿਕੁਆਇਰਮੈਂਟ ਹੋਊਗੀ ਓਕੇ, ਸਟੱਡੀ ਲਈ। ਤੇ ਤੁਹਾਡੀ ਹਾਈਐਸਟ ਕੁਆਲੀਫਿਕੇਸ਼ਨ ਕੀ ਆ? ਮੇਰੀ ਗ੍ਰੈਜੂਏਸ਼ਨ। ਗ੍ਰੈਜੂਏਸ਼ਨ। ਹਾਂਜੀ। ਓਕੇ, ਥੈਂਕ ਯੂ। ਰਣਜੀਤ ਸਿੰਘ ਹੈ ਜੀ, ਬਰਨਾਲਾ ਬਲਾਕ ਤੋਂ ਕਰਦੇ ਜੀ, ਪਿੰਡ ਕਰਮਗੜ੍ਹ ਜੀ। ਸੈਮੀਨਾਰ ਦੇ ਵਿੱਚ ਆਪਦੇ ਮੁੰਡੇ ਨੂੰ ਮਤਲਬ ਕੈਨੇਡਾ ਭੇਜਣ ਦੇ ਵਾਸਤੇ ਆਏ ਸੀਗੇ ਵੀ ਉਹਨਾਂ ਬਾਰੇ ਰਾਏ ਵਿਚਾਰ ਲਈਏ ਵੀ ਕਿਵੇਂ ਕਰੀਏ ਕਿਵੇਂ ਨਹੀਂ। ਸਕੂਲ ਤਾਂ ਇੱਥੇ ਪਿੰਡ ਕਰਮਗੜ੍ਹ ਦੇ ਵਿੱਚ ਹੀ ਪੜ੍ਹਿਆ ਜੀ +2 ਤੱਕ ਤੇ ਬਸ 10 ਤੱਕ। ਉਸ ਤੋਂ ਬਾਅਦ 'ਚ +2 ਸੰਘੇੜਾ ਕਾਲਜ ਦੇ ਵਿੱਚ ਕਰੀ ਹੈਗੀ, ਗੁਰੂ ਗੋਬਿੰਦ ਸਿੰਘ ਕਾਲਜ ਦੇ ਵਿੱਚ। ਤੇ ਉਸ ਤੋਂ ਬਾਅਦ 'ਚ BA ਵੀ ਉੱਥੇ ਕਰੀ ਹੈ ਸੰਘੇੜਾ ਕਾਲਜ ਦੇ ਵਿੱਚ। ਆਪ ਅਸੀਂ ਚੇਨਈ ਦਾ ਕੰਮ ਕਰਦੇ ਹਾਂ, ਮਿਸਤਰੀ ਹੈਗੇ। ਉਹ ਇੱਥੇ ਆਏ ਜੀ, ਕੋਈ ਮਤਲਬ ਬੱਚੇ ਨੂੰ ਨਾ ਤਾਂ ਕੋਈ ਨੌਕਰੀ ਵਗੈਰਾ ਮਿਲਦੇ ਆ, ਪੜ੍ਹਾਈ ਕਰਾਈ ਦਾ ਸਾਨੂੰ ਕੋਈ ਫਾਇਦਾ ਨਹੀਂ ਹੋ ਰਿਹਾ ਇੱਥੇ ਪੰਜਾਬ ਦੇ ਵਿੱਚ। ਹਾਂ, ਸਰਕਾਰਾਂ ਦੀਆਂ ਮਾੜੀਆਂ ਨੀਤੀਆਂ ਦੇ ਕਾਰਨ ਮਤਲਬ ਬੱਚੇ ਬੇਰੁਜ਼ਗਾਰ ਤੁਰੇ ਫਿਰਦੇ ਨੇਗੇ। ਇਸ ਕਰਕੇ ਇੱਥੇ ਕੋਈ ਪੜ੍ਹਾਈ ਦੀ ਕਦਰ ਨਹੀਂ ਪੈ ਰਹੀ ਹੈਗੀ। ਜੋ ਅਸੀਂ ਆਪਦੀ ਜ਼ਿੰਦਗੀ ਦੀ ਮਤਲਬ ਮਿਹਨਤ ਕਰੀ ਹੈ, ਕਮਾਈ ਕਰੀ ਹੈਗੀ, ਉਹ ਬੱਚੇ 'ਤੇ ਲਾ ਚੁੱਕੇ ਹੈਗੇ। ਇਸ ਕਰਕੇ ਇੱਥੇ ਪੜ੍ਹਾਈ ਦਾ ਕੋਈ ਮੁੱਲ ਨਹੀਂ ਪੈ ਰਿਹਾ। ਬੇਰੁਜ਼ਗਾਰੀ ਦੇ ਕਾਰਨ ਉੱਥੇ ਭੇਜ ਰਹੇ ਆ ਵੀ ਕੁਛ ਮੂਹਰੇ ਆਉਣ ਵਾਲਾ ਬੱਚੇ ਦਾ ਭਵਿੱਖ ਚੰਗਾ ਬਣੇ। ਸਤਿ ਸ੍ਰੀ ਅਕਾਲ ਜੀ। ਮੇਰਾ ਨਾਮ ਗੁਰਬਚਨ ਸਿੰਘ ਮਾਨਾ, ਪਿੰਡ ਕਰਮਗੜ੍ਹ, ਜ਼ਿਲ੍ਹਾ ਬਰਨਾਲਾ, ਤਹਿਸੀਲ ਬਰਨਾਲਾ। ਇੱਥੇ ਸਾਡੇ ਵੱਡੇ ਵੀਰ ਦੇ ਘਰੇ ਕੈਂਪ 'ਚ ਲੱਗਿਆ ਸੀਗਾ। ਉੱਥੇ ਉਹਨਾਂ ਨੇ ਸਾਨੂੰ ਬੁਲਾਇਆ ਸੀ। ਸਾਡਾ ਬੇਟਾ ਅਸੀਂ ਬਾਹਰ ਤੋਰਨਾ ਚਾਹੁੰਦੇ ਆਂਗੇ, ਉਹਦੇ ਕਰਕੇ ਸਾਨੂੰ ਇੱਥੋਂ ਸਿਖਲਾਈ ਲੈਣ ਦੀ ਖਾਤਰ ਆਏ ਸੀ। ਕੈਨੇਡਾ ਆਏ ਜੀ, ਸਾਡੇ ਰਿਸ਼ਤੇਦਾਰ ਯਾਰ ਮਿੱਤਰ ਕੈਨੇਡਾ ਨੇਗੇ ਸਾਰੇ, ਵੀ ਉਹਨਾਂ ਦੇ ਲਵੇ ਜਾ ਕੇ ਸੈੱਟ ਹੋ ਜਾਓ। ਬੇਟੇ ਨੂੰ 21ਵਾਂ ਸਾਲ ਲੱਗਿਆ ਹੋਵੇਗਾ, +2 ਕਰਕੇ ਆਈਲੈਸਟ ਕਰ ਲਿਆ। 6.5 ਬੈਂਡ ਨੇ ਓਵਰਹਾਲ ਤੇ ਵੀ ਕੈਨੇਡਾ ਪੱਕਾ ਹੋ ਜਾਏਗਾ। ਅਸੀਂ ਜੀ ਖੇਤੀਬਾੜੀ ਕਰਦੇ ਹਾਂ। ਅਸੀਂ ਇਸੇ ਕਰਕੇ ਕਹਿੰਦੇ ਹਾਂ ਕਿ ਵੀ ਬੱਚੇ ਸਾਡੇ ਬਾਹਰ ਜਾ ਕੇ, ਅਸੀਂ ਤਾਂ ਜੋ ਕਰਨਾ ਅਸੀਂ ਕਰ ਲਿਆ, ਖੇਤੀਬਾੜੀ ਕਰੀ ਜਾਂਦੇ ਹਾਂ ਕਿ ਵੀ ਬੱਚਿਆਂ ਦਾ ਭਵਿੱਖ ਵਧੀਆ ਬਣ ਸਕੇ। ਇੱਥੇ ਦੀਆਂ ਜੋ ਸਰਕਾਰਾਂ ਨੇਗੀਆਂ, ਉਹਨਾਂ ਦੀਆਂ ਨੀਤੀਆਂ ਕੁਛ ਨਾ ਠੀਕ ਹੋਣ ਕਾਰਨ ਅਸੀਂ ਬਾਹਰ ਭੇਜਣਾ ਚਾਹੁੰਦੇ ਹਾਂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ। ਕੀ ਨਾਮ ਆ ਤੁਹਾਡਾ? ਗਗਨਦੀਪ ਕੌਰ, ਕਿਹੜੇ ਪਿੰਡ ਤੋਂ ਬਿਲੋਂਗ ਕਰਦੇ ਹੋ? ਕਰਮਗੜ੍ਹ। ਓਕੇ, ਔਰ ਕਿੱਥੇ ਜਾਣਾ ਚਾਹੁੰਦੇ ਹੋ ਤੁਸੀਂ? ਕੈਨੇਡਾ। ਕੈਨੇਡਾ। ਕਿਉਂ ਜਾਣਾ ਚਾਹੁੰਦੇ ਹੋ? ਮੈਮ ਸਟੱਡੀ ਕਰਨ ਲਈ। ਸਟੱਡੀ। ਹਾਂਜੀ। ਹਾਈਐਸਟ ਕੁਆਲੀਫਿਕੇਸ਼ਨ ਕੀ ਹੈ ਤੁਹਾਡੀ? ਮੇਰੀ ਇੱਧਰ ਗ੍ਰੈਜੂਏਸ਼ਨ। ਗ੍ਰੈਜੂਏਸ਼ਨ। ਆਇਲਸ ਕਿੰਨੇ ਬੈਂਡ ਆ ਤੁਹਾਡੇ? ਮੈਮ ਕਰ ਰਹੀ ਹਾਂ ਜੀ। ਅਜੇ ਪ੍ਰੀਪਰੇਸ਼ਨ ਕਰ ਰਹੇ ਹੋ? ਹਾਂਜੀ। ਓਕੇ, ਇੱਥੇ ਕਿਵੇਂ ਆਏ ਅੱਜ ਤੁਸੀਂ? ਮੈਮ ਨੌਲੇਜ ਲੈਣ ਲਈ, ਇਨਫੋਰਮੇਸ਼ਨ ਮਿਲ ਜੂਗੀ ਵੀ ਕਿਵੇਂ ਕੁਛ ਸਾਰਾ। ਓਕੇ। ਹਾਂਜੀ। ਸਤਿ ਸ਼੍ਰੀ ਅਕਾਲ ਅੰਕਲ ਜੀ। ਕਹਿਣਾ ਚਾਹੁੰਦਾ ਜੀ ਵੀ ਇਹ ਬਾਹਰ ਨੂੰ ਚਲੀ ਜਾਵੇ, ਬਾਹਰ ਜਾ ਕੇ ਕੰਮ ਵੀ ਅੱਗੇ ਕੈਨੇਡਾ ਚਲੀ ਜਾਵੇ। ਅੱਛਾ, ਕਿਉਂ ਪੜ੍ਹਾਈ ਕਰਾਈ। ਭੇਜਣਾ ਚਾਹੁੰਦੇ ਹੋ? ਹੈ ਜੀ, ਕਿਉਂ ਭੇਜਣਾ ਚਾਹੁੰਦੇ ਹੋ? ਉਹ ਤਾਂ ਭੇਜਣਾ ਜੀ ਕਿ ਆਪਾਂ ਉਹਦਾ ਗਰੀਬੀ ਹੈ ਘਰੇ ਇੱਥੇ। ਵਧੀਆ ਫਿਊਚਰ ਲਈ। ਹਾਂਜੀ ਹਾਂਜੀ। ਠੀਕ ਹੈ ਜੀ, ਥੈਂਕ ਯੂ। ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਮੈਮ। ਕੀ ਨਾਮ ਹੈ ਤੁਹਾਡਾ? ਮਾਈ ਨੇਮ ਇਜ਼ ਖੁਸ਼ਪ੍ਰੀਤ ਸਿੰਘ। ਕਿੱਥੋਂ ਬਿਲੋਂਗ ਕਰਦੇ ਹੋ? ਮੈਂ ਕਰਮਗੜ੍ਹ ਤੋਂ ਹੀ। ਅੱਛਾ, ਹਾਈਐਸਟ ਕੁਆਲੀਫਿਕੇਸ਼ਨ ਕੀ ਹੈ ਤੁਹਾਡੀ? ਮੈਂ BCA ਕਲੀਅਰ ਕਰ ਲਈ। BCA ਹੋ ਗਈ ਆ। ਹਾਂਜੀ ਮੈਮ। ਓਕੇ, ਆਇਲਸ 'ਚ ਕਿੰਨੇ ਬੈਂਡ ਆ? ਕਰ ਰਹੇ ਹਾਂ ਜੀ, ਹਜੇ ਲੈਣਿਆ ਬੈਂਡ। ਹਜੇ ਕਰ ਰਹੇ ਹੋ ਹਾਂਜੀ। ਪ੍ਰੈਪਰੇਸ਼ਨ? ਓਕੇ, ਕਿੱਥੇ ਜਾਣਾ ਚਾਹੁੰਦੇ ਹੋ ਤੁਸੀਂ? ਮੈਂ ਜੀ ਕੈਨੇਡਾ।
ਕਿਉਂ ਜਾਣਾ ਚਾਹੁੰਦੇ ਹੋ? ਮੇਰੇ ਫਰੈਂਡ ਹੈ ਜੀ ਉੱਥੇ, ਉਹ ਮੈਨੂੰ ਸੱਦ ਰਹੇ ਆ। ਅੱਛਾ, ਫਰੈਂਡ ਸਾਥ ਰਹੇ ਆ? ਹਾਂਜੀ। ਫੈਮਿਲੀ ਨਹੀਂ ਜਾਣਾ? ਫੈਮਿਲੀ ਨੂੰ ਵੀ ਬਾਅਦ 'ਚ ਹੀ ਬੁਲਾਓ, ਪਹਿਲਾਂ ਮੈਂ ਵਗ ਜਾ। ਅੱਛਾ ਠੀਕ ਆ। ਇੱਥੇ ਕਿਵੇਂ ਆਏ ਅੱਜ? ਬੁਲਾਇਆ ਸੀ ਮੈਨੂੰ, ਮੇਰੇ ਫਰੈਂਡ ਨੇ ਫੋਨ ਕੀਤਾ ਜੀ, ਕਹਿੰਦੇ ਇੱਥੇ ਆਏ ਨੇਗੇ ਵੀ ਵਧੀਆ ਸਲਾਹ ਦੇਣਗੇ, ਮੈਂ ਤਾਂ ਆਇਆ ਜੀ। ਅੱਛਾ, ਸੁਜੈਸ਼ਨ ਲੈਣ ਲਈ ਆਏ? ਹਾਂਜੀ ਯੈਸ ਮੈਮ। ਠੀਕ ਹੈ ਜੀ, ਥੈਂਕ ਯੂ। ਸੋ ਅੱਜ ਮੈਂ ਤੁਹਾਨੂੰ ਇੱਥੇ ਰਿਪਰੈਜ਼ੈਂਟ ਕਰਨਾ ਹੈ ਐਡੂਲੈਂਡ ਇਮੀਗ੍ਰੇਸ਼ਨ। ਮੈਂ ਇਸ ਲਾਈਨ 'ਚ 15 ਸਾਲ ਤੋਂ ਹੈ ਔਰ ਅਸੀਂ ਸਟੂਡੈਂਟ ਵੀਜ਼ਾ, ਟੂਰਿਸਟ ਵੀਜ਼ਾ, ਵਿਜ਼ਿਟਰ ਵੀਜ਼ਾ, ਡਿਪੈਂਡੈਂਟ, ਜਿਵੇਂ ਹੁਣ ਬੱਚੇ ਆ, ਮੈਰਿਜ ਹੁੰਦੀ ਹੈ ਕਈਆਂ ਦੀ, ਕਈ ਸਪਾਊਸ ਕੇਸ ਵੀ ਹੁੰਦੇ ਆ, ਜਿਹੜੇ ਇਕੱਠੇ ਜਾਣਾ ਚਾਹੁੰਦੇ ਆ ਜਾਂ ਅਲੱਗ-ਅਲੱਗ ਵੀ ਜਾਣਾ ਚਾਹੁੰਦੇ ਆ, ਉਹ ਡਿਪੈਂਡੈਂਟ ਕੈਟਾਗਰੀ ਆ ਜਾਂਦਾ, ਜਾਂ ਪਰਮਾਨੈਂਟ ਰੈਜ਼ੀਡੈਂਸੀ, ਜਿਹੜੇ ਡਾਇਰੈਕਟ ਜਾਣਾ ਚਾਹੁੰਦੇ ਆ, ਉਹ ਸਾਰਿਆਂ 'ਚ ਡੀਲ ਕਰਦੇ ਆ, ਰਾਈਟ। ਤੇ ਹੁਣ ਇਹਦੇ ਵਿੱਚ ਕੀ ਹੁੰਦਾ, ਬੱਚਿਆਂ ਨੂੰ ਅੱਜ ਕੱਲ੍ਹ ਬਹੁਤ ਸਾਰੀਆਂ ਪ੍ਰੋਬਲਮਸ ਆ ਰਹੀਆਂ ਨੇ ਕਿਉਂਕਿ ਟਰਾਂਸਪੇਰੈਂਸੀ ਨਹੀਂ ਹੈਗੀ। ਮਤਲਬ ਬੱਚਾ ਸੁਣ ਕੇ ਤਾਂ ਕੁਝ ਹੋਰ ਜਾਂਦਾ ਹੈ, ਬਟ ਐਕਚੁਅਲ ਦੇ ਵਿੱਚ ਬਾਅਦ 'ਚ ਉਹ ਚੀਜ਼ਾਂ ਆਉਂਦੀਆਂ ਨਹੀਂ ਸਾਹਮਣੇ। ਤਾਂ ਮੇਰਾ ਮਕਸਦ ਸਿਰਫ ਇਹੀ ਹੈ, ਅੱਜ ਤੱਕ ਤਾਂ ਇਹੀ ਹੁੰਦਾ ਆਇਆ ਕਿ ਪਿੰਡਾਂ ਦੇ ਵਿੱਚੋਂ ਤੁਸੀਂ ਸਭ ਲੋਕ ਸ਼ਹਿਰ 'ਚ ਜਾ ਰਹੇ ਸੀਗੇ ਪੁੱਛਣ ਲਈ, ਐਕਸਪਰਟ ਐਡਵਾਈਸ ਲੈਣ ਲਈ, 10 ਕੰਪਨੀਆਂ ਘੁੰਮਦੇ ਸੀਗੇ। ਮੈਂ ਇਹ 'ਚ ਚੇਂਜ ਕਰਨਾ ਚਾਹੁੰਦਾ ਟ੍ਰੈਂਡ ਨੂੰ। ਮੈਂ ਚਾਹੁੰਦਾ ਕਿ ਸਾਰੇ ਐਕਸਪਰਟ ਪਿੰਡਾਂ ਦੇ ਵਿੱਚ ਆਉਣ। ਹੁਣ ਜੇ ਉਹਨਾਂ ਨੇ ਬਿਜ਼ਨਸ ਕਰਨਾ ਆ ਤੇ ਚਾਹੁੰਦੇ ਨੇ ਕਿ ਤੁਸੀਂ ਉਹਨਾਂ ਨਾਲ ਜੁੜੋ, ਤੇ ਮੈਂ ਚਾਹੁੰਦਾ ਵਾਂ ਕਿ ਹੁਣ ਲੋਕ ਜਿਹੜੇ ਆ ਐਕਸਪਰਟ, ਜਿਹੜੇ ਆ ਜਿਨ੍ਹਾਂ ਨੂੰ 10 ਸਾਲ ਦਾ, 15 ਸਾਲ ਦਾ, 20 ਸਾਲ ਦਾ ਐਕਸਪੀਰੀਅੰਸ ਆ, ਉਹ ਪਿੰਡਾਂ ਦੇ ਵਿੱਚ ਆ ਪਾਉਣ, ਗੱਲਬਾਤ ਕਰਨ, ਜੋ ਤੁਹਾਨੂੰ ਰਿਐਲਿਟੀ ਦਿਖਾਉਣ ਕਿ ਹੋ ਸਕਦਾ ਕਿ ਨਹੀਂ ਹੋ ਸਕਦਾ ਕੁਝ। ਇਹ ਬਹੁਤ ਹੋ ਗਿਆ ਹੁਣ ਬਾਹਰ ਜਾਣਾ, ਪਿੰਡਾਂ 'ਚੋਂ ਜਾ ਕੇ ਰੋਜ਼ ਜਾਣਾ, ਰੋਜ਼ ਗੇੜੇ ਮਾਰਨੇ ਏਜੰਟਾਂ ਦੇ। ਮੈਂ ਦੇਖਦਾ ਵਾਂ ਲੋਕ ਆਉਂਦੇ ਨੇ, ਪਤਾ ਨਹੀਂ ਕਿੰਨੀ ਦੂਰੋਂ ਚੱਲ ਕੇ ਆਉਂਦੇ, 200, 300, 400 ਕਿਲੋਮੀਟਰ ਤੋਂ ਲੋਕ ਚੰਡੀਗੜ੍ਹ 'ਚ ਪਹੁੰਚਦਾ, ਕੋਈ ਜਲੰਧਰ 'ਚ ਪਹੁੰਚਦਾ। ਫਿਰ ਉਸ ਤੋਂ ਬਾਅਦ ਤੁਸੀਂ ਚਲੇ ਤਾਂ ਜਾਂਦੇ ਹੋ ਆਪਣੇ ਨੇੜੇ ਦੀ ਬ੍ਰਾਂਚ ਵਿੱਚ, ਪਰ ਨੇੜੇ ਦੀ ਬ੍ਰਾਂਚ ਵਿੱਚ ਬਾਅਦ 'ਚੋਂ ਸਰਵਿਸਿਜ਼ ਇਸ਼ੂ ਆਉਂਦੇ ਆ, ਫਿਰ ਤੁਹਾਨੂੰ ਹੈੱਡ ਆਫਿਸ ਜਾਣਾ ਪਹੁੰਚਣਾ ਪੈਂਦਾ ਲੋਕਾਂ ਦੇ। ਸੋ ਇਸੇ ਕਰਕੇ ਇੱਕੋ ਹੀ ਦਫ਼ਤਰ ਰੱਖਿਆ ਚੰਡੀਗੜ੍ਹ ਦੇ ਵਿੱਚ, ਸੈਕਟਰ 22 ਦੇ ਵਿੱਚ, ਔਰ ਜ਼ਿਆਦਾ ਬੜੀ ਟੀਮ ਨਹੀਂ ਰੱਖੀ, ਛੋਟੀ ਜਿਹੀ ਟੀਮ ਰੱਖੀ ਹੈ, ਕਿਉਂਕਿ ਸਾਰਾ ਕੰਮ ਪਰਸਨਲੀ ਮੈਂ ਕਰਦਾ। ਜਿਹੜਾ ਵੀ ਸਟੂਡੈਂਟ ਨੂੰ ਮਿਲਣਾ ਹੈ, ਮਾਂ-ਬਾਪ ਨੂੰ ਮਿਲਣਾ ਹੈ, ਫਾਈਲਿੰਗ ਕਰਨੀ ਹੈ, ਆਫਰ ਕਰਨੀ ਹੈ, ਉਹ ਸਾਰਾ ਮੇਰੇ ਹੱਥ 'ਚੋਂ ਹੋ ਕੇ ਲੰਘਦਾ। ਮਤਲਬ ਕਿਤੇ ਵੀ ਕੋਈ ਗੁੰਜਾਇਸ਼ ਨਹੀਂ ਹੈਗੀ। ਮੈਂ ਇਸੇ ਲਈ, ਮੇਰੇ ਨਾਜ਼ਰ ਸੀ ਨਾਲ ਬਹੁਤ ਪੁਰਾਣਾ ਪ੍ਰੇਮ ਹੈ, ਬਹੁਤ ਪਹਿਲਾਂ ਦੇ ਮਿਲੇ ਹੋਏ ਆ, ਬਹੁਤ ਬੱਚੇ ਰੈਫਰ ਵੀ ਕੀਤੇ। ਇਸੇ ਕਰਕੇ ਮੈਂ ਅੱਜ ਇਹ ਮੁਹਿੰਮ ਦੀ ਜਿਹੜੀ ਸ਼ੁਰੂਆਤ ਹੈ ਇੱਥੋਂ ਹੀ ਕਰ ਰਿਹਾ ਵਾਂ, ਇਸ ਪਿੰਡ ਤੋਂ ਹੀ ਹੋ ਰਹੀ ਹੈ, ਸੰਘੇੜੇ ਤੋਂ ਆ ਕੇ, ਕਿ ਮੈਂ ਕਰਮਗੜ੍ਹ ਨਾ, ਅਸੀਂ ਉੱਥੋਂ ਆ ਰਹੇ ਸੰਘੇੜਾ, ਕਰਮਗੜ੍ਹ, ਇਹ ਵਿੱਚ ਹੀ ਇਕੱਠੇ ਪੈਂਦੇ ਜਾਂ ਕੋਈ ਅਲੱਗ-ਅਲੱਗ? ਤੋ ਅਸੀਂ ਹੁਣ ਹੌਲੀ-ਹੌਲੀ, ਸਾਨੂੰ ਵੀ ਪਿੰਡਾਂ ਦਾ ਤਾਂ ਹੀ ਪਤਾ ਲੱਗੂਗਾ ਨਾ ਜਦੋਂ ਅਸੀਂ ਆਵਾਂਗੇ ਹੁਣ। ਤੋ ਅੱਜ ਇੱਥੇ ਤੁਹਾਡੇ ਕੋਲ ਸ਼ੁਰੂਆਤ ਹੈ ਕਰਮਗੜ੍ਹ 'ਚੋਂ, ਤੇ ਇਹਨਾਂ ਨੇ ਦੱਸਿਆ, ਮੈਨੂੰ ਬਹੁਤ ਵਧੀਆ ਲੱਗਿਆ, ਇਹਨੇ ਸਟੂਡੈਂਟ ਬੈਠੇ ਹੋਏ ਨੇ। ਔਰ ਮੈਂ ਨਾਲ ਫਿਰ ਸਪੈਸ਼ਲੀ ਫੋਨ ਕੀਤਾ, ਆਸਟ੍ਰੇਲੀਆ ਨੂੰ ਰਿਪਰੈਜ਼ੈਂਟ ਕਰਦੇ ਨੇ ਜਤਿੰਦਰ ਜੀ, ਇਹ ਆਸਟ੍ਰੇਲੀਆ ਯੂਨੀਵਰਸਿਟੀ ਦੇ ਰਿਪਰੈਜ਼ੈਂਟੇਟਿਵ ਨੇ ਟੋਰੈਂਸ ਦੇ। ਤੋ ਇਹ ਵੀ ਨਾਲ ਲੈ ਕੇ ਆਏ। ਕਈ ਬੱਚੇ ਆਸਟ੍ਰੇਲੀਆ ਵੀ ਜਾਣਾ ਚਾਹੁੰਦੇ, ਜ਼ਰੂਰੀ ਨਹੀਂ ਕਿ ਇਹ ਹਜ਼ੂਮ ਜਿਹੜਾ ਕੈਨੇਡਾ ਹੀ ਜਾਣਾ ਚਾਹੁੰਦਾ ਹੈ। ਬਹੁਤ ਲੋਕ ਨੇ ਕੈਨੇਡਾ ਜਾਣ ਵਾਲੇ, ਮੰਨਦਾ ਮੈਂ 60%, 70% ਕੈਨੇਡਾ ਵਾਲਾ ਬੱਚਾ ਹੋ ਸਕਦਾ, ਬਟ ਕੁਛ ਇੱਦਾਂ ਦੇ ਨੇ ਜਿਹੜੇ ਆਸਟ੍ਰੇਲੀਆ ਹੀ ਜਾਣਾ ਚਾਹੁੰਦੇ ਨੇ। ਸੋ ਆਸਟ੍ਰੇਲੀਆ ਦੇ ਲਈ ਸਿਡਨੀ, ਮੈਲਬਰਨ, ਐਡਲੇਡ, ਕਿੱਥੇ ਵੀ ਜਾਣਾ ਚਾਹੁੰਦੇ ਹੋ, ਬ੍ਰਿਸਬੇਨ, ਸਾਰੇ ਹੀ ਆਪਸ਼ਨ ਹੈਗੇ ਨੇ ਇੱਕੋ ਹੀ ਛੱਤ ਥੱਲੇ। ਸੋ ਤੁਹਾਨੂੰ ਮਤਲਬ ਕਿਤੇ ਇਹ ਦੇਖਣ ਦੀ ਲੋੜ ਨਹੀਂ ਹੈ ਕਿ ਜੇ ਤੁਸੀਂ ਬਾਹਰ ਜਾਣਾ ਤੇ ਇੱਕ ਪ੍ਰੋਸੈਸ ਲਈ ਕਿਸੇ ਨੂੰ ਮਿਲੇ, ਦੂਜੇ ਪ੍ਰੋਸੈਸ ਲਈ ਕਿਸੇ ਹੋਰ ਨੂੰ ਮਿਲਣਾ ਪੈ ਰਿਹਾ, ਇੱਦਾਂ ਦਾ ਨਹੀਂ ਹੈ। ਸੋ ਬੈਸਟ ਰਹੇਗਾ, ਤੁਹਾਨੂੰ ਇੱਥੇ ਸਾਰੀ ਗਾਈਡੈਂਸ ਦੇਵਾਂਗੇ। ਔਰ ਮੈਨੂੰ ਇਹ ਪਤਾ ਕਿ ਹਰ ਬੱਚੇ ਦਾ ਨਾ ਮਤਲਬ ਕੁਐਰੀ ਡਿਫਰੈਂਟ ਹੁੰਦੀ ਹੈ, ਹਰ ਇੱਕ ਦੀ ਪਰੇਸ਼ਾਨੀ ਅਲੱਗ ਹੋਊਗੀ, ਕਿਸੇ ਦੇ ਬੈਂਡ ਕੁਛ ਹੋਣਗੇ, ਕਿਸੇ ਦੇ ਬੈਂਡ ਕੁਛ ਹੋਣਗੇ, ਕਿਸੇ ਦੀ ਪਰਸੈਂਟੇਜ ਘੱਟ ਵੱਧ ਹੋਊਗੀ, ਕਿਸੇ ਦਾ ਗੈਪ ਹੋਊਗਾ, ਕਿਸੇ ਦੀ ਕੰਟਰੀ ਦੀ ਪ੍ਰੈਫਰੈਂਸ ਕੁਛ ਰਿਫਿਊਜ਼ ਵੀ ਹੋਊਗਾ। ਸੋ ਇਹ ਸਾਰੀਆਂ ਚੀਜ਼ਾਂ ਮਿਕਸ ਹੁੰਦੀਆਂ ਨੇ। ਸਾਰੇ ਬੱਚਿਆਂ ਨੂੰ 1 to 1 ਮਿਲਾਂਗੇ, 1 to 1 ਮਿਲ ਕੇ ਜਿੰਨੀ ਵੀ ਕੁਐਰੀ ਜਿਹੜੀ ਸੌਰਟ ਕਰਨੀ ਹੈ ਉਹ ਪੂਰੀ ਸੌਰਟ ਕਰਾਂਗੇ। ਕਿਸੇ ਵੀ ਕੰਟਰੀ ਲਈ, ਆਸਟ੍ਰੇਲੀਆ, UK ਲਈ, ਹਾਲੇ ਨਿਊਜ਼ੀਲੈਂਡ ਨਹੀਂ ਕਰ ਰਹੇ ਕਿਉਂਕਿ ਨਿਊਜ਼ੀਲੈਂਡ ਹਾਲੇ ਖੁੱਲ੍ਹਾ ਨਹੀਂ ਹੈ, ਬੰਦ ਹੈਗਾ। ਜੇ ਤੁਹਾਡੇ 'ਚੋਂ ਆਲਰੇਡੀ ਕੋਈ ਬਾਹਰ ਰਹਿੰਦਾ, ਸਪੋਜ਼ ਅੱਗੇ ਕੈਨੇਡਾ ਡੇ ਆ ਰਿਹਾ, ਜੇ ਤੁਹਾਡੇ 'ਚੋਂ ਕੋਈ ਬਾਹਰ ਗਿਆ ਹੋਇਆ ਆਲਰੇਡੀ, ਤੁਹਾਡਾ ਕੋਈ ਰਿਸ਼ਤੇਦਾਰ ਜਾਂ ਤੁਹਾਡਾ ਕੋਈ ਬੱਚਾ ਬਾਹਰ ਆਲਰੇਡੀ ਹੈਗਾ, ਤੁਸੀਂ ਕੈਨੇਡਾ ਡੇ 'ਤੇ ਵੀਜ਼ਾ ਲਾ ਸਕਦੇ ਹੋ। ਇਸ ਟਾਈਮ 'ਤੇ ਉੱਤੇ ਵਿਜ਼ਿਟਰ ਵੀਜ਼ਾ ਬਹੁਤ ਹਾਈ ਸਕਸੈਸ ਰੇਟ ਹੈ। ਮੈਂ ਵੀਜ਼ਾ ਕਾਪੀਆਂ ਨਾਲ ਲੈ ਕੇ ਆਇਆ। ਆਸਟ੍ਰੇਲੀਆ ਦੇ ਵੀਜ਼ੇ ਵੀ ਮੇਰੇ ਜਿਹੜੇ ਹੁਣ ਟੂਰਿਸਟ ਵੀਜ਼ਾ ਆਏ ਨੇ ਸਿਰਫ 20 ਦਿਨਾਂ ਦੇ ਵਿੱਚ ਹੈ, ਟੂਰਿਸਟ ਵੀਜ਼ਾ ਵੀ ਸਿਰਫ 22 ਡੇਜ਼ ਦੇ ਵਿੱਚ ਹੈ। ਸਟੂਡੈਂਟ ਵੀਜ਼ਾ ਨੂੰ ਥੋੜ੍ਹਾ ਟਾਈਮ ਲੱਗਦਾ, ਨੋ ਡਾਊਟ, ਉਹਦੇ ਵਿੱਚ ਤੁਹਾਨੂੰ 1.5 ਤੋਂ 2 ਮਹੀਨੇ ਦਾ ਸਮਾਂ ਲੱਗਦਾ ਵੀਜ਼ਾ ਆਫਿਸਰ ਦਾ। ਸੋ ਇਹ ਸਾਰੀਆਂ ਕਲੈਰਿਟੀਜ਼ ਦਊਂਗਾ ਤੁਹਾਨੂੰ ਮੈਂ, ਔਰ ਰਿਟਨ ਦੇ ਵਿੱਚ ਸਾਰੀਆਂ ਚੀਜ਼ਾਂ ਦੱਸਾਂਗਾ ਕਿ ਕਿਸ ਤਰ੍ਹਾਂ ਤੁਸੀਂ ਬਚਤ, ਬਹੁਤ ਸਾਰੀਆਂ ਚੀਜ਼ਾਂ ਨੇ ਜਿਹਦੇ 'ਚ ਬੰਦਾ ਪੈਸੇ ਜ਼ਿਆਦਾ ਖਰਚ ਜਾਂਦਾ ਹੈ। ਅੱਜ ਐਕਚੁਅਲੀ ਬਾਹਰ ਜਾਣ ਦੇ ਲਈ ਜਦੋਂ ਬੰਦਾ ਬਾਹਰ ਨਿਕਲਦਾ, ਉਹ ਆਪਣਾ ਨਾ ਕਰਦੇ 40-50 ਹਜ਼ਾਰ ਰੁਪਏ ਬਚਾ ਸਕਦਾ ਜੇ ਉਹ ਸਿਸਟਮੈਟਿਕਲੀ ਚੱਲੇਗਾ, ਜਿਹਦੇ ਲਈ ਕੋਈ ਕੰਸਲਟੈਂਟ ਨਹੀਂ ਦੱਸਦਾ, ਜਿਹਦੇ 'ਚ ਕੋਈ ਨਹੀਂ ਦੱਸਦਾ, ਕਿਉਂਕਿ ਉਹ 40-50 ਹਜ਼ਾਰ ਸਿੱਧਾ ਜੇਬ 'ਚ ਜਾਂਦਾ ਹੈ ਉਹਨਾਂ ਦੀ। ਸੋ ਉਹ 40-50 ਹਜ਼ਾਰ ਬਚਦਾ। ਅੱਜ ਬੱਚਾ TCS ਟੈਕਸ ਦੇ ਰਿਹਾ ਵਾ,
ਜਿਹੜਾ ਟੈਕਸ ਪੇ ਕਰ ਰਹੇ ਬੱਚੇ, ਪਰ ਉਹ ਟੈਕਸ ਜਿਹੜਾ ਹੋਊਗਾ ਉਹ ਵੀ ਬਚ ਜਾਂਦਾ ਸਾਰਾ। ਕਿਸ ਤਰ੍ਹਾਂ ਬਚਦਾ ਹੈ ਉਹ ਸਾਰੀਆਂ ਚੀਜ਼ਾਂ ਮੈਂ ਦੱਸਾਂਗਾ ਤੁਹਾਨੂੰ। ਫੀਸ ਭੇਜਣ ਦੇ ਵਿੱਚ ਵੀ ਕਈ ਵਾਰੀ ਕਾਫੀ ਚੀਜ਼ ਦੇਖੀ ਗਈ ਹੈ ਕਿ ਜਦੋਂ ਬੱਚਾ ਫੀਸ ਭੇਜਦਾ ਹੈ ਐਕਚੁਅਲ ਉਹ 10 ਲੱਖ ਬਣਨੀ ਚਾਹੀਦੀ ਹੈ, ਪਰ ਕੰਸਲਟੈਂਟ ਜਾਂ ਏਜੰਟ ਕਹਿੰਦਾ 10,38,000 ਹੈ, 10.5 ਲੱਖ ਹੈਗੀ ਹੈ। ਉਹ ਵੀ 30-40 ਹਜ਼ਾਰ ਦਾ ਜਿਹੜਾ ਫਰਕ ਹੈ ਉਹ ਵੀ ਤੁਸੀਂ ਬਚਾਓਗੇ। GIC ਦੇ ਵਿੱਚ ਵੀ ਘੱਟੋ ਘੱਟ 10-12 ਹਜ਼ਾਰ ਦਾ ਡਿਫਰੈਂਸ ਆ ਜਾਂਦਾ ਹੈ, ਉਹ ਵੀ ਤੁਸੀਂ ਬਚਾ ਸਕਦੇ ਹੋ। ਇਹ ਸਾਰੀਆਂ ਚੀਜ਼ਾਂ ਦੇ ਲਈ ਅੱਜ ਮੈਂ ਇੱਥੇ ਹਾਂ ਔਰ ਨਾਜ਼ਰ ਜੀ ਦੇ ਕੋਲ ਆਇਆ ਵਾਂ, ਤੇ ਮੈਂ ਵੀ ਚਾਹੂੰਗਾ ਕਿ ਥੋੜਾ ਜਿਹਾ ਨਾਜ਼ਰ ਜੀ ਵੀ ਸਾਡੇ ਬਾਰੇ ਦੱਸਣ, ਅਸੀਂ ਕਦੋਂ ਦੇ ਜਾਣਦੇ ਆ, ਤਾਂ ਕਿ ਥੋੜੀ ਜਿਹੀ ਕਲੈਰਿਟੀ ਹੋਰ ਹੋਵੇ। ਪਹਿਲਾਂ ਮੈਂ ਆਪਣੀ ਬੇਟੀ ਭੇਜੀ ਹੈਗੀ ਸਾਰਾ ਤੋਂ ਪਹਿਲਾਂ, ਹਰਪ੍ਰੀਤ ਕੌਰ। ਉਹਨਾਂ ਦੇ ਇੱਕ ਜੋ 5.5 ਬੈਂਡ ਸੀ, ਬਾਕੀ 6 ਹੀ ਸੀ, ਜਦ ਕਿ ਉਹਨਾਂ ਦੀ MSc IT ਕਰੀ ਵੀ ਸੀਗੀ। ਮੈਂ ਬਹੁਤ ਜਗ੍ਹਾ ਘੁੰਮਿਆ, ਸੈਮੀਨਾਰਾਂ 'ਚ ਵੀ ਗਿਆ, ਪਰ ਮੈਨੂੰ ਇਹਨਾਂ ਤੇ ਵਿਸ਼ਵਾਸ ਰਿਹਾ। ਮਤਲਬ 15 ਦਿਨਾਂ ਸਿਰ ਵੀਜ਼ਾ ਆ ਗਿਆ ਸੀ ਨਾ, 15 ਦਿਨਾਂ 'ਚ ਵੀਜ਼ਾ ਆ ਗਿਆ। ਉਸ ਤੋਂ ਬਾਅਦ ਫਿਰ ਮੈਂ 11 ਬੱਚੇ ਇਹਨਾਂ ਕੋਲੇ ਹੋਰ ਭੇਜੇ। ਇੱਕ ਤਾਂ ਬੇਟੀ ਬੈਠੀ ਹੈ ਆਪਣੇ, ਉਹਨਾਂ ਦੀ ਜਸਪ੍ਰੀਤ ਦੀ ਸਿਸਟਰ ਬੈਠੀ ਹੈ, ਇਹਨਾਂ ਦੇ 3 ਰਿਫਿਊਜ਼ਨ 3 ਸੀ ਬੇਟੇ। ਆਸਟ੍ਰੇਲੀਆ ਵੀ ਸੀ ਹੈ ਨਾ? ਹਾਂ, ਇਹਨਾਂ ਨੇ ਤਾਂ ਬਸ ਪੀਰੀਅਡ ਹੀ ਖਤਮ ਹੋਣ ਵਾਲਾ ਸੀ, ਸਮਝ ਲਓ। ਇਹਨਾਂ ਦਾ ਆਈਲੈਟ ਦਾ ਵੀ ਉਹ ਕਹਿੰਦੇ ਜਾਣਾ ਨਹੀਂ, ਮੈਂ ਇੱਕ ਵਾਰੀ ਮਿਲ ਲਓ, ਜੇ ਕਿਰਾਇਆ ਮੈਥੋਂ ਲੈ ਜਾਓ ਤੁਸੀਂ। ਪਰ ਬਸ 15 ਦਿਨਾਂ 'ਚ ਵੀਜ਼ਾ ਆ ਗਿਆ ਸੀ ਇਹਨਾਂ ਦਾ ਵੀ। ਉਹੀ ਕਲੈਰਿਟੀ ਹੈ। 3.5 ਸਾਲ ਹੋ ਗਏ ਉਹਨਾਂ ਦੀ ਬੇਟੀ ਨੂੰ ਵੀ ਗਈ ਨੂੰ। ਬਿਲਕੁਲ, ਜਸਪ੍ਰੀਤ ਕੌਰ ਜੀ ਜੀ। ਫਿਰ ਉਸ ਤੋਂ ਬਾਅਦ ਕੈਰਿਆਂ ਤੋਂ ਭੇਜੇ ਮੈਂ 3-4 ਬੱਚੇ, ਬੀਨੇ ਤੋਂ ਭੇਜੇ 2 ਬੱਚੇ। ਮਤਲਬ ਉਹਨਾਂ 'ਚੋਂ ਕਿਸੇ ਰਿਫਿਊਜ਼ਲ ਨਹੀਂ, ਬਲਕਿ ਉਹਨਾਂ ਦੀ ਪਹਿਲਾਂ ਰਿਫਿਊਜ਼ਲ ਹੈਗੀ ਸੀਗੀ। ਇਹਨਾਂ ਦੀ ਕੰਪਨੀ ਦਾ ਨਾਮ ਹੈਗਾ ਐਡੂਲੈਂਡ ਇਮੀਗ੍ਰੇਸ਼ਨ ਹੈ ਜੀ, ਚੰਡੀਗੜ੍ਹ ਦੇ ਵਿੱਚ ਸੈਕਟਰ 22 ਹੈ। ਸਹੀ ਗਾਈਡੈਂਸ ਲਈ ਜੇ ਬੱਚੇ ਮਿਲਣਾ ਚਾਹੁੰਦੇ ਆ ਤੇ ਆਪਾਂ ਸੰਡੇ ਨੂੰ ਵੀ ਆ ਜਾਾਂਗੇ, ਸੰਡੇ ਨੂੰ ਵੀ ਕੰਮ ਕਰਨ ਨੂੰ ਤਿਆਰ ਹੈਗੇ ਆ। ਬਾਕੀ ਆਪਣੇ ਬਰਨਾਲੇ ਦੇ ਵਿੱਚ ਕੋਈ ਕੰਸਲਟੈਂਟ ਹੀ ਹੋਣਗੇ, ਮੇਰਾ ਖਿਆਲ ਇਮੀਗ੍ਰੇਸ਼ਨ ਦਾ ਕੋਈ ਵੀ ਨਹੀਂ ਹੋਣਾ ਬੰਦਾ। ਇਮੀਗ੍ਰੇਸ਼ਨ ਵਾਲਾ ਸਹੀ ਗਾਈਡੈਂਸ ਕਰਦਾਗਾ, ਜੋ ਬੰਦਾ ਸਹੀ ਆ ਬੰਦਾ ਉਸੇ ਨੂੰ ਲੈ ਕੇ ਆਉਂਦਾ, ਗਲਤ ਬੰਦੇ ਨੂੰ ਨਹੀਂ ਲੈਂਦਾ। ਅੱਗੇ ਆਪਣਾ ਦਿਮਾਗ ਹੁੰਦਾ ਬੰਦੇ ਨੇ ਕਿੱਥੇ ਕੀ। ਬਿਲਕੁਲ, ਮੈਂ ਇਹੀ ਕਹਿੰਦਾ ਕਿ ਅਸੀਂ ਕੰਸਲਟੈਂਸੀ ਦੇਣੀ ਹੈ। ਤੁਹਾਨੂੰ ਲੱਗਦਾ ਕਿ ਸਾਡੀ ਗੱਲ ਸਹੀ ਹੈ, ਜ਼ਰੂਰ ਸਾਡੇ ਨਾਲ ਜੁੜੋ। ਮਤਲਬ ਇਹ ਜ਼ਰੂਰੀ ਨਹੀਂ ਹੁੰਦਾ ਕਿ ਅਸੀਂ ਸਾਰੇ ਜੁੜਦੇ ਹਾਂ ਇੱਕ ਜਗ੍ਹਾ 'ਤੇ, ਬਟ ਫਿਰ ਵੀ ਜੇ ਗੱਲਾਂ ਸਹੀ ਲੱਗਦੀਆਂ, ਤੁਹਾਨੂੰ ਲੱਗਦਾ ਟਰਾਂਸਪੇਰੈਂਟ ਹੈ, ਜੈਨੂਅਨ ਹੈਗਾ, ਤੇ ਡੈਫੀਨੇਟਲੀ ਤੁਸੀਂ ਸਾਡੇ ਨਾਲ ਜੁੜੋ। ਅਸੀਂ ਇੱਥੇ ਹੁਣ ਆਪਣੇ ਰਿਲੇਸ਼ਨਸ ਹੀ ਬਿਲਡ ਕਰਨ ਆਏ ਹਾਂ ਕਿ ਰਿਲੇਸ਼ਨ ਬਿਲਡ ਕਰਕੇ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਜ਼ਿਆਦਾ ਤੋਂ ਜ਼ਿਆਦਾ ਇਕੱਠ ਪਿੰਡ 'ਚ ਹੋਏ। ਔਰ ਮੈਂ ਟ੍ਰੈਂਡ ਹੀ ਬਦਲ ਦੇਣਾ ਵਾ, ਹੋਟਲਾਂ ਦੇ ਵਿੱਚ ਜਿਹੜੇ ਸੈਮੀਨਾਰ ਹੁੰਦੇ ਉਹ ਖਤਮ ਕਰਨੇ ਆ। ਸਿਰਫ ਇੱਥੇ ਪਿੰਡਾਂ ਦੇ ਵਿੱਚ ਹੋਇਆ ਕਰਨ, ਲੋਕ ਆਇਆ ਕਰਨ, ਬਾਹਰੋਂ ਐਕਸਪਰਟ ਆਇਆ ਕਰਨ ਇੱਕ ਜਗ੍ਹਾ ਦੇ ਉੱਤੇ, ਉੱਥੇ ਮਿਲਿਆ ਕਰਨ। ਅਸੀਂ ਤਾਂ ਇਹਨਾਂ ਨੂੰ ਆਫਿਸ ਵੀ ਗਿਆ, ਮੈਂ ਕਿ ਬਰਨਾਲੇ 'ਚ ਆਫਿਸ ਖੋਲ੍ਹ ਲਓ ਤੁਸੀਂ। ਇਹ ਕਹਿੰਦੇ ਵੀ ਕੋਈ ਰਿਸਪੌਂਸ ਮਿਲੂ ਅਸੀਂ ਫਿਰ ਖੋਲਾਂਗੇ, ਪਹਿਲਾਂ ਪਤਾ ਲੱਗ ਜਾਏ ਨਾ ਬੰਦੇ ਨੂੰ ਆਉਂਦਾ। ਤੇ ਆਈਲੈਟ ਦਾ ਪੂਰਾ ਆਪਣੇ ਜ਼ੋਰ ਹੈ ਜੀ ਹੁਣ ਇਸ ਟਾਈਮ। ਮੈਂ ਸੁਣਿਆ ਮੇਰੇ 2-3 ਹੋਰ ਹੈਗੇ ਨੇ, ਉਹਨਾਂ ਨੇ ਕਿਹਾ ਬਰਨਾਲੇ 'ਚ ਬਹੁਤ ਬੱਚਾ ਪੜ੍ਹਨ ਆਉਂਦਾ ਜੀ ਆਈਲੈਟਸ ਦਾ, ਕਹਿੰਦੇ ਬੱਸ ਸਟੈਂਡ ਦੇ ਲਾਗੇ ਆ ਕੇ ਵੇਖ ਲਓ। ਸਾਰੇ ਆਈਲੈਟ ਔਰ ਹਾਂ, ਇਹੀ ਸੁਣਿਆ ਮੈਂ, ਬਸ 2-3 ਨੂੰ ਜਾਣਾ ਸਕੂਲ ਗ੍ਰੇ ਮੈਟਰ ਬਰਨਾਲੇ ਮਿਲਦਾ ਨਹੀਂ, ਤੁਸੀਂ ਪਟਿਆਲੇ ਸਾਰੇ ਦੂਰ ਜਾ ਕੇ ਘਰ ਸਕਦੇ ਬਰਨਾਲੇ ਤੋਂ। ਬਿਲਕੁਲ 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 ਬਿਲਕੁਲ। ਸਾਰਾ ਬਰਨਾਲੇ ਦੇ 1-2 ਸਕੂਲ ਹੀ ਹੁੰਦੇ ਸੀਗੇ, ਹੁਣ ਤਾਂ ਬਹੁਤ ਸਕੂਲ ਹੋ ਗਏ ਕਾਫੀ ਜ਼ਿਆਦਾ, ਕਿਉਂਕਿ ਬੱਚਿਆਂ ਦਾ ਕਰੇਜ਼ ਵੀ ਵਧਿਆ ਨਾ ਜੀ, ਵੋਲੀਅਮ ਵੱਧ ਗਈ। ਹੁਣ ਵੋਲੀਅਮ ਵੱਧ ਗਿਆ, ਹਰ ਬੱਚਾ ਸੋਚਦਾ ਅੱਜ ਮੈਂ ਬਾਹਰ ਚਲੇ ਜਾਣਾ। ਸੋ ਇਸੇ ਲਈ ਸਕੂਲ ਵੀ ਵੱਧ ਗਏ, ਸਾਰਾ ਕੁਝ ਵੱਧ ਗਿਆ। ਤੇ ਮੈਂ ਚਾਹੁੰਦਾ ਕਿ ਹੁਣ ਜੇ ਇੰਨੀ ਪੋਪੂਲੇਸ਼ਨ ਬਾਹਰ ਜਾਣ ਨੂੰ ਹੈਗੀ ਹੈ ਤਾਂ ਕਿਉਂ ਨਾ ਫਿਰ ਅਸੀਂ ਤੁਰ ਕੇ ਆਈਏ। ਬਾਕੀ ਜਿਹੜਾ ਮਾੜਾ ਏਜੰਟ ਹੁੰਦਾ ਕੋਈ ਵੀ ਆਪਣੀ ਰਿਫਿਊਜ਼ਲ ਕਰਾ ਦਿੰਦਾ ਜੀ, ਫਿਰ ਕੋਈ ਬੱਚੇ ਦਾ ਬਣਦਾ ਨਹੀਂ ਪਤਾ 2 ਰਿਫਿਊਜ਼ਲਾਂ ਕਰਾ ਦੇ। ਜੇ ਆਪਾਂ ਪਹਿਲਾਂ ਇਮੀਗ੍ਰੇਸ਼ਨ ਵਾਲੇ ਕੋਲੇ ਚੱਲਾਂਗੇ, ਨਾਲੇ ਤਾਂ ਆਪਣਾ ਇੰਟਰੋਡਕਸ਼ਨ ਸਹੀ ਕਰਾਊਗਾ, ਉਹਦੇ ਨਾਲੇ ਪਹਿਲਾਂ ਮਿਲਦੇ ਨੇ ਆਪਣੇ ਆਪ। ਮੇਰਾ ਅਸੂਲ ਹੈ, ਕੋਈ ਦਫ਼ਤਰ ਵੀ ਆਏਗਾ ਮੈਨੂੰ ਮਿਲਾਦਾ ਕਿ ਜਾਂ ਕਿਸੇ ਬੰਦੇ ਨੂੰ ਹੋਰ ਮਿਲਾਦਾ, ਤੇ ਫੇਸ ਟੂ ਫੇਸ ਮਿਲਦੇ ਨੇ ਬੰਦੇ ਨੂੰ। ਇਹੀ ਪ੍ਰੋਬਲਮ ਨਾਜ਼ਰ ਜੀ, ਮੈਂ ਬ੍ਰਾਂਚ ਨਹੀਂ ਖੋਲਦਾ। ਹਾਂਜੀ, ਕਿ ਮੈਂ ਚਾਹੁੰਦਾ ਕਿ ਆਪ ਮਿਲਾਂ, ਕਿਉਂਕਿ ਹੁਣ ਮੈਂ ਇੱਕੋ ਜਗ੍ਹਾ ਹੋ ਸਕਦਾ ਹਾਂ। ਸਹੀ ਗੱਲ ਹੈ। ਤਾਂ ਮੈਂ ਚਾਹੁੰਦਾ ਹਾਂ ਕਿ ਇੱਕੋ ਜਗ੍ਹਾ, ਅੱਜ ਬੱਚਿਆਂ ਨੇ ਕਿਸੇ ਨੇ ਕੈਨੇਡਾ ਜਾਣਾ ਹੋਊਗਾ, ਕਿਸੇ ਨੇ ਆਸਟ੍ਰੇਲੀਆ ਜਾਣਾ ਹੋਊਗਾ, ਕਿਸੇ ਨੇ UK ਜਾਣਾ ਹੋਣਾ, ਬਹੁਤ ਦੂਰ ਨੇ ਤਿੰਨੋਂ ਚੀਜ਼ਾਂ। ਚੰਡੀਗੜ੍ਹ ਬਹੁਤ ਨੇੜੇ ਹੈ। ਮੈਨੂੰ ਲੱਗਦਾ ਹੈ ਕਿ ਜਿਹੜਾ ਬੱਚਾ ਸਹੀ ਗਾਈਡੈਂਸ ਲਈ ਉਹ ਹਮੇਸ਼ਾ ਚੰਡੀਗੜ੍ਹ ਆ ਸਕਦਾ ਔਰ ਜ਼ਿਆਦਾ ਦੂਰ ਨਹੀਂ ਹੈ। ਔਰ ਜਦੋਂ ਸਹੀ ਗਾਈਡੈਂਸ ਮਿਲਦੀ ਹੈ, ਮੁੱਲ ਪੈ ਜਾਵੇ ਜਿਹੜੀ ਚੀਜ਼ ਦਾ ਜਦੋਂ ਕਰਨ ਵਾਲਾ, ਤਾਂ ਡੈਫੀਨੇਟਲੀ ਕਿਤੇ ਵੀ ਜਾਇਆ ਜਾ ਸਕਦਾ। ਮੈਨੂੰ ਲੱਗਦਾ ਮੇਰੇ ਕੋਲ ਸਟੂਡੈਂਟ ਗੰਗਾ ਹੁਣ ਵੀ ਰਸਤੇ ਸੀਗੇ, ਗੰਗਾ ਨਗਰ ਤੋਂ ਹੀ ਫੋਨ ਆ ਰਹੇ ਸੀਗੇ 2-3 ਕਿ ਗੰਗਾ ਨਗਰ ਤੁਸੀਂ ਕਦੋਂ ਆਉਣਾ। ਮੈਂ ਕਿਹਾ ਜਦੋਂ ਤੁਸੀਂ ਬੁਲਾਓਗੇ, ਕਿਉਂਕਿ ਉੱਥੇ ਇੱਕੋ ਘਰ ਦੇ 4-4 5-5 ਬੱਚੇ ਗਏ ਹੋਏ ਮੇਰੇ ਕੋਲੋਂ। ਸੋ ਹੁਣ ਉਹ ਗੰਗਾ ਨਗਰ ਅਗਲਾ ਟ੍ਰਿਪ ਜਿਹੜਾ ਹੋਊਗਾ ਗੰਗਾ ਨਗਰ ਦੇ ਵਿੱਚ ਕਿਤੇ ਜਗ੍ਹਾ ਦਾ ਹੋਊਗਾ। ਸੋ ਇਹੀ ਹੈ, ਅੱਜ ਅਸੀਂ 1 by 1 ਮੈਂ ਤੁਹਾਨੂੰ ਮਿਲਾਂਗਾ ਸਾਰਿਆਂ ਨੂੰ, ਔਰ 1 by 1 ਦੇ ਵਿੱਚ ਤੁਹਾਡੀ ਜਿਹੜੀ ਕਾਉਂਸਲਿੰਗ ਆ। ਪਹਿਲਾਂ ਤਾਂ ਮੈਨੂੰ ਦੱਸੋ ਕੈਨੇਡਾ ਵਾਲੇ ਕਿੰਨੇ ਨੇ, ਕੈਨੇਡਾ ਬਾਰੇ ਕਿਹਨਾਂ ਨੇ ਪੁੱਛਣਾ, ਕੈਨੇਡਾ ਸਪੈਸੀਫਿਕ। ਜਸਟ ਰੇਜ਼ ਯੂਰ ਹੈਂਡ ਇਫ ਯੂ ਆਰ ਲੁਕਿੰਗ ਫॉर ਕੈਨੇਡਾ। ਓਕੇ, ਆਸਟ੍ਰੇਲੀਆ ਵਾਸਤੇ ਕੌਣ ਹੈ ਜੀ? ਆਸਟ੍ਰੇਲੀਆ 1 2 3 4 ਰਾਈਟ, ਠੀਕ ਹੈ। ਜਤਿੰਦਰ ਜੀ, ਮੈਂ ਚਾਹੂੰਗਾ ਆਸਟ੍ਰੇਲੀਆ 'ਚ ਤੁਸੀਂ ਪਹਿਲਾਂ ਇੱਕ ਵਾਰੀ ਯੂਨੀਵਰਸਿਟੀ ਰਿਪਰੈਜ਼ੈਂਟ ਕਰਦੇ ਨੇ, ਬਹੁਤ ਵਧੀਆ ਆਪਸ਼ਨਸ ਹੋਣਗੇ ਤੁਹਾਡੇ ਲਈ ਮਲਟੀਪਲ। ਇੱਕ ਵਾਰੀ ਜਤਿੰਦਰ ਜੀ ਮਿਲਣਗੇ, ਫਿਰ ਨਾਲ ਮੈਂ ਮਿਲਾਂਗਾ। ਕੈਨੇਡਾ ਵਾਸਤੇ ਮੈਂ ਡਾਇਰੈਕਟਲੀ ਬੱਚਿਆਂ ਨੂੰ ਮਿਲ ਲੈਣਾ ਅੱਜ।
ਕੁਐਰੀ ਜਿਹੜੀ ਵੀ ਇਕੱਲੇ ਇਕੱਲੇ ਬੰਦੇ ਨੂੰ ਮਿਲਣ ਨੂੰ ਵੀ ਕਈ ਵਾਰੀ ਕੋਈ ਕਿਸੇ ਨੇ ਪਰਸਨਲ ਗੱਲ ਕਰਨੀ, ਕਈ ਵਾਰੀ ਬੱਚਾ ਬੋਲ ਨਹੀਂ ਪਾਉਂਦਾ ਇੱਥੇ ਆ ਕੇ। ਪ੍ਰੋਬਲਮ ਇਹੀ ਹੈ ਜੀ। ਹੁਣ ਮੇਰੇ ਕੋਲ ਪਤਾ ਕਿੰਨਾ ਕਈ ਵਾਰੀ ਆਉਂਦੇ ਬੱਚੇ ਜੀ ਸਾਡਾ ਰਿਸ਼ਤੇਦਾਰ ਹੈ ਨਾਲ ਰਿਫਿਊਜ਼ਲ ਦੱਸਿਓ ਨਾ, 100 ਗੱਲਾਂ ਹੁੰਦੀਆਂ ਮੇਰੇ ਬੈਠ ਕੇ ਪਹਿਲਾਂ ਦੱਸਦੇ ਹੁੰਦੇ ਜੀ ਪਹਿਲਾਂ। ਹਾਂ ਪਹਿਲਾਂ ਪਤਾ ਕਿੰਨਾ ਸਹੀ ਗਾਈਡੈਂਸ ਨਹੀਂ ਮਿਲਦੀ, ਉਹ ਜਦੋਂ ਰਿਫਿਊਜ਼ਲ ਆ ਜਾਂਦੀ ਫਿਰ ਰਿਸ਼ਤੇਦਾਰ ਨੂੰ ਮਜਬੂਰੀ ਦੱਸਣਾ ਵੀ ਪੈਂਦਾ ਕਿ ਆ ਗਈ ਭਾਈ ਹੁਣ ਤੂੰ ਵੀ ਸਲਾਹ ਦੇ ਦੇ ਕੋਈ। ਸੋ ਮੈਂ ਇਹੀ ਚਾਹੁੰਦਾ ਕਿ ਇੰਟਰਨਲੀ ਮਿਲੀਏ ਇੱਕ ਵਾਰੀ, ਪੂਰੀ ਗਾਈਡੈਂਸ ਆਵਾਂਗਾ ਤੁਹਾਨੂੰ ਮੈਂ, ਜੋ ਤੁਸੀਂ ਪੁੱਛਣਾ ਬੇਬਾਕ ਪੁੱਛ ਲੈਣਾ, ਮੈਂ ਬਿਲਕੁਲ ਕਲੈਰਿਟੀ ਨਾਲ ਸਪਸ਼ਟ ਆਨਸਰ ਕਰੂੰਗਾ ਕਿ ਯੈਸ ਹੋ ਸਕਦਾ ਕਿ ਨਹੀਂ ਹੋ ਸਕਦਾ। ਨਹੀਂ ਹੋ ਸਕਦਾ ਉਹ ਵੀ ਮੈਨੂੰ ਕਹਿਣ 'ਚ ਚੰਗਾ ਲੱਗਦਾ ਹੈ, ਕਿਉਂਕਿ ਉਹਦੇ ਪਿੱਛੇ ਇੱਕ ਸਹੀ ਗਾਈਡੈਂਸ ਛੁਪੀ ਹੁੰਦੀ ਹੈ। ਜੇ ਮੈਂ ਅੱਜ ਕਿਸੇ ਸਟੂਡੈਂਟ ਨੂੰ ਕਹਿੰਦਾ ਭਾਈ ਤੇਰਾ ਨਹੀਂ ਹੋਣਾ ਯਾਰ, ਹੈ ਨਾ, ਉਹਦੇ ਪਿੱਛੇ ਕੀ ਹੈ, ਰਾਈਟ ਗਾਈਡੈਂਸ ਹੈ, ਉਹੀ ਦੇਣਾ ਚਾਹੁੰਦਾ ਮੈਂ। ਜੇ ਮੈਂ ਅੱਜ ਤੁਹਾਨੂੰ ਮਨਾ ਕਰੂੰਗਾ, ਸ਼ਾਇਦ ਤੁਸੀਂ ਕੱਲ੍ਹ ਨੂੰ 2 ਕੈਂਡੀਡੇਟ ਹੋਰ ਭੇਜੋਗੇ, ਯਾਰ ਸਲਾਹ ਸਹੀ ਦਿੰਦੇ ਆ, ਉੱਥੇ ਚਲੇ ਜਾਣਾ, ਤਾਂ ਗਾਈਡੈਂਸ ਗਲਤ ਨਹੀਂ ਹੈਗੀ। ਉਹੀ ਮੁੱਦਾਬਾਜ਼ ਇਹੀ ਕਰਕੇ ਦਿਖਾਣਾ ਆਪਾਂ, ਤੇ ਆਪਾਂ 1 ਬਾਏ 1 ਮਿਲ ਲੈਂਦੇ ਹਾਂ, ਠੀਕ ਹੈ। ਫਿਰ ਉਸ ਤੋਂ ਬਾਅਦ ਸਮ ਅਪ ਕਰਾਂਗੇ ਸਾਰਾ। ਜੋ ਵੀ ਕੁਐਰੀ ਹੋਊਗੀ ਤੁਸੀਂ ਪਲੀਜ਼ ਮੈਨੂੰ ਪੁੱਛ ਲੈਣੀ ਹੈ, ਮੈਂ ਅੰਦਰ ਹੀ ਬੈਠਾ ਹਾਂ, ਠੀਕ ਹੈ ਜੀ। ਜ਼ਿਆਦਾ ਸਮਾਂ ਨਹੀਂ, ਇੱਕ ਕੈਂਡੀਡੇਟ ਨੂੰ 5 ਤੋਂ 10 ਮਿੰਟ ਲੱਗਣਗੇ। ਮੈਂ ਬੜੀ ਜਲਦੀ 'ਚ ਬੜੀ ਕਲੈਰਿਟੀ ਦੇ ਵਿੱਚ ਜਲਦੀ ਦੱਸਾਂਗਾ ਤੁਹਾਨੂੰ ਸਭ ਕੁਝ, ਠੀਕ ਹੈ। ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ। ਅੱਜ ਅਸੀਂ ਬਰਨਾਲੇ ਦੇ ਪਿੰਡ ਕਰਮਗੜ੍ਹ ਵਿੱਚ ਆਏ ਹਾਂ, ਤੇ ਅੱਜ ਮੇਰੇ ਨਾਲ ਐਡੂਲੈਂਡ ਦੇ CEO ਮੇਰੇ ਨਾਲ ਬੈਠੇ ਗੁਰਪ੍ਰੀਤ ਜੀ। ਗੁਰਪ੍ਰੀਤ ਜੀ, ਤੁਸੀਂ ਅੱਜ ਇੱਥੇ ਕਿਸ ਲਈ ਆਏ ਹੋ? ਬੇਸਿਕਲੀ ਅੱਜ ਬਿਲਕੁਲ ਇੱਕ ਹਿਸਟਰੀ ਕ੍ਰੀਏਟ ਹੈ, ਮਤਲਬ ਕਿ ਅੱਜ ਤੱਕ ਕਦੀ ਵੀ ਇਹ ਇਸ ਐਜੂਕੇਸ਼ਨ ਇੰਡਸਟਰੀ 'ਚ, ਇੰਟਰਨੈਸ਼ਨਲ ਐਜੂਕੇਸ਼ਨ ਇੰਡਸਟਰੀ 'ਚ ਨਹੀਂ ਹੋਇਆ। ਹਮੇਸ਼ਾ ਸਟੂਡੈਂਟਸ ਆਉਂਦੇ ਸੀਗੇ ਬਾਹਰ ਨਿਕਲ ਕੇ, ਕਦੀ ਉਹ ਚੰਡੀਗੜ੍ਹ, ਜਲੰਧਰ ਜਾਂ ਵੱਖ-ਵੱਖ ਸ਼ਹਿਰਾਂ ਦੇ ਵਿੱਚ ਪਹੁੰਚਦੇ ਸੀ ਆਪਣਾ ਸੁਪਨਾ ਸਾਕਾਰ ਕਰਨ ਦੇ ਲਈ। ਉਹਨਾਂ ਦਾ ਸੁਪਨਾ ਹੁੰਦਾ ਕਿ ਬਾਹਰ ਪੜ੍ਹਨ ਜਾਣਾ ਬੱਚਿਆਂ ਨੇ, ਕਿਸੇ ਨਾ ਕਿਸੇ, ਕੋਈ ਆਸਟ੍ਰੇਲੀਆ ਜਾਣਾ ਚਾਹੁੰਦਾ, ਕੋਈ ਕੈਨੇਡਾ, ਕੋਈ UK, ਕੋਈ ਨਿਊਜ਼ੀਲੈਂਡ, ਸਾਰਿਆਂ ਦਾ ਆਪਣਾ ਆਪਣਾ ਸਿਸਟਮ ਸਮਝਦੇ ਆ। ਉੱਥੇ ਹੀ ਮੈਂ ਸੋਚ ਸੀਗੀ ਮੇਰੀ ਕਿ ਕਿਉਂਕਿ ਮੇਰੇ ਨਾਲ ਨਾਜਰ ਸਿੰਘ ਜੀ ਨੇ ਬੈਠੇ, ਨਾਜਰ ਸਿੰਘ ਜੀ ਦਾ ਬਹੁਤ ਪ੍ਰੇਮ ਪਿਆਰ ਬੜੇ ਸਾਲਾਂ ਤੋਂ, ਤੇ ਉਹਨਾਂ ਨੇ ਇਨਵਾਈਟ ਕੀਤਾ, ਕਹਿੰਦੇ ਸਰ ਸਾਰੇ ਹੀ ਜਾਂਦੇ ਰਹਿੰਦੇ, ਤੁਸੀਂ ਪਿੰਡ ਆਓ। ਔਰ ਇਹਨਾਂ ਨੇ ਮੈਨੂੰ ਆਈਡੀਆ ਦਿੱਤਾ, ਔਰ ਮੇਰੇ ਇਹ ਆਈਡੀਆ ਜਿਹੜਾ ਸੀ ਮੇਰੇ ਦਿਲ ਨੂੰ ਛੂ ਗਿਆ। ਔਰ ਮੈਂ ਕਿਹਾ ਬਿਲਕੁਲ ਸਹੀ ਗੱਲ ਹੈ ਕਿ ਕਦੀ ਵੀ ਕੋਈ ਕੰਸਲਟੈਂਟ, ਐਕਸਪੀਰੀਅੰਸਡ ਬੰਦਾ ਜਿਹੜਾ ਉਹ ਪਿੰਡ 'ਚ ਨਹੀਂ ਆਇਆ। ਸੋ ਮੈਂ ਫਾਈਨਲੀ ਪਿੰਡ 'ਚ ਪਹੁੰਚਿਆ, ਔਰ ਜਿਹੜਾ ਐਕਸਪੀਰੀਅੰਸ ਆ ਮੇਰਾ ਅੱਜ ਦਾ, ਇਹ ਬਹੁਤ ਜ਼ਬਰਦਸਤ ਰਿਹਾ। ਬਹੁਤ ਬੱਚੇ ਮਿਲੇ ਆਈਲੈਟਸ ਦੇ ਨਾਲ, ਆਈਲੈਟਸ ਤੋਂ ਬਿਨਾਂ ਜਿਹੜੇ ਆਈਲੈਟਸ ਕਰ ਰਹੇ ਨੇ ਹਲੇ, ਕੁਛ ਇੱਦਾਂ ਦੀਆਂ ਪ੍ਰੋਫਾਈਲ ਜਿਹੜੇ ਪਰਮਾਨੈਂਟ ਰੈਜ਼ੀਡੈਂਸੀ ਲਈ ਐਲੀਜੀਬਲ ਨੇ, ਕੁਛ ਆਸਟ੍ਰੇਲੀਆ ਦੇ ਲਈ ਐਲੀਜੀਬਲ ਨੇ। ਉੱਥੇ ਹੀ ਸਾਡੇ ਨਾਲ ਜਤਿੰਦਰ ਜੀ ਵੀ ਨੇ, ਮੈਂ ਤੁਹਾਡਾ ਰੂਬਰੂ ਕਰਾਉਣਾ ਵਾ, ਕਿਉਂਕਿ ਜਤਿੰਦਰ ਜੀ ਟੋਰੈਂਸ ਯੂਨੀਵਰਸਿਟੀ ਰਿਪਰੈਜ਼ੈਂਟ ਕਰਦੇ ਨੇ, ਸਾਡੇ ਨਾਲ ਅੱਜ ਬੈਠੇ ਨੇ, ਮੈਂ ਉਹਨਾਂ ਨਾਲ ਵੀ ਚਰਚਾ ਕਰਾਂਗੇ। ਪਰ ਮੇਰਾ ਆਪਣਾ ਪਰਸਨਲ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਮੇਰੇ ਨਾਲ ਮੇਰੀ ਪੂਰੀ ਟੀਮ ਜਿਹੜੀ ਅਸੀਂ ਇੱਥੇ ਪਹੁੰਚੇ, ਔਰ ਬਹੁਤ ਵਧੀਆ ਐਕਸਪੀਰੀਅੰਸ ਦੇ ਨਾਲ ਨਾਲ ਕਾਫੀ ਕੈਂਡੀਡੇਟ, ਪੋਜ਼ਿਟਿਵ ਕੈਂਡੀਡੇਟ ਜਿਹੜੇ ਨੇ, ਐਲੀਜੀਬਲ ਜਿਹਨੂੰ ਅਸੀਂ ਕਹਿੰਦੇ ਹਾਂ, ਪਰ ਉੱਥੇ ਹੀ ਕਈ ਬੱਚਿਆਂ ਨੂੰ ਅੱਜ ਮਨਾ ਵੀ ਕਰਨਾ ਪਿਆ ਕਿਉਂਕਿ ਉਹ ਐਲੀਜੀਬਲ ਨਹੀਂ ਸੀਗੇ। ਸੋ ਉਹਨਾਂ ਨੂੰ ਵੀ ਸਾਫ਼ ਤੌਰ 'ਤੇ ਕਿਹਾ ਗਿਆ ਕਿ ਤੁਹਾਡੀ ਜਿਹੜੀ ਫਾਈਲ ਹੈ ਉਹ ਐਲੀਜੀਬਲ ਨਹੀਂ ਹੈ, ਸੋ ਤੁਸੀਂ ਪਲੀਜ਼ ਜਾਂ ਤਾਂ ਕੁਝ ਹੋਰ ਸੋਚੋ ਜਾਂ ਆਪਣੀ ਕੰਟਰੀ ਦੀ ਪ੍ਰੈਫਰੈਂਸ ਨੂੰ ਚੇਂਜ ਕਰੋ। ਇਹੀ ਮਕਸਦ ਸੀਗਾ ਅੱਜ ਸਾਡਾ ਇਸ ਕਰਮਗੜ੍ਹ ਪਿੰਡ ਦੇ ਵਿੱਚ ਆਉਣ ਦਾ, ਬਰਨਾਲਾ ਡਿਸਟ੍ਰਿਕਟ 'ਚ ਆਉਂਦਾ। ਤੇ ਮੈਂ ਉਮੀਦ ਕਰਦਾ, ਔਰ ਮੈਂ ਇਹ ਇੱਕ ਲੜੀ ਛੇੜ ਦਿੱਤੀ ਅੱਜ, ਇਹ ਪਹਿਲਾ ਸਾਡਾ ਈਵੈਂਟ ਹੈ ਜਿਹੜਾ ਕਿਸੇ ਪਿੰਡ 'ਚ ਹੋਇਆ, ਔਰ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਨੂੰ ਇੱਦਾਂ ਦੇ ਬਹੁਤ ਸਾਰੇ ਈਵੈਂਟ ਮਿਲਣਗੇ ਜਿਹੜੇ ਪਿੰਡਾਂ ਦੇ ਵਿੱਚ ਵੱਖ-ਵੱਖ ਹੋਣਗੇ। ਜਿੰਨੇ ਵੀ ਦਰਸ਼ਕ ਮੇਰੀ ਇਹ ਵੀਡੀਓ ਦੇਖ ਰਹੇ ਨੇ, ਜੇ ਤੁਸੀਂ ਵੀ ਐਡੂਲੈਂਡ ਦੀ ਟੀਮ ਨੂੰ ਆਪਣੇ ਪਿੰਡ 'ਚ ਬੁਲਾਉਣਾ ਚਾਹੁੰਦੇ ਹੋ ਤੇ ਤੁਸੀਂ ਦਿੱਤੇ ਗਏ ਨੰਬਰ ਤੇ ਮੇਰੇ ਨਾਲ ਸੰਪਰਕ ਕਰ ਸਕਦੇ ਹੋ। ਅਸੀਂ ਤੁਹਾਡੇ ਪਿੰਡ ਦੇ ਵਿੱਚ ਆਵਾਂਗੇ ਔਰ ਬੱਚਿਆਂ ਨੂੰ ਦੇਵਾਂਗੇ ਗਾਈਡੈਂਸ। ਨਾਜਰ ਜੀ ਨੇ ਅੱਜ ਬੁਲਾ ਕੇ ਸੱਚੀ ਦੇ ਵਿੱਚ ਇੱਕ ਨਵੀਂ ਲੜੀ ਨੂੰ ਛੇੜ ਦਿੱਤੀ ਹੈ ਤਾਂ ਕਿ ਇਹ ਕੰਮ ਹੋ ਸਕੇ। ਜਿਹੜੇ ਬੱਚੇ ਬਾਹਰ ਜਾਂਦੇ ਸੀ ਉਹਨਾਂ ਨੂੰ ਟਰੈਵਲ ਨਾ ਕਰਨਾ ਪਵੇ, ਐਕਸਪੀਰੀਅੰਸ ਬੰਦੇ ਪਿੰਡ 'ਚ ਆਉਣ,
ਔਰ ਬੱਚਿਆਂ ਨੂੰ ਗਾਈਡ ਕਰਨ। ਔਰ ਇਹਦਾ ਇੱਕ ਆਉਣ ਦਾ ਹੋਰ ਫਾਇਦਾ ਹੋਊਗਾ ਜੋ ਮੈਨੂੰ ਲੱਗਦਾ ਪਿਆ ਵਾ ਕਿ ਜਦੋਂ ਬੰਦਾ ਕਿਸੇ ਦੇ ਦਫ਼ਤਰ ਜਾਂਦਾ ਵਾ, ਐਲੀਜੀਬਲ ਹੋਵੇ ਨਾ ਹੋਵੇ, ਉਹਨੂੰ ਇਨਰੋਲ ਕਰ ਲਿਆ ਜਾਂਦਾ ਹੈ। ਪਰ ਜਦੋਂ ਪਿੰਡ 'ਚ ਆਊਗਾ ਸਿਰਫ ਐਲੀਜੀਬਲ ਫਾਈਲ ਚੱਕੂਗਾ, ਉਹਨੂੰ ਪਤਾ ਹੈ ਕਿ ਨਾਨ ਐਲੀਜੀਬਲ ਇਨਰੋਲ ਕਰ ਲਿਆ ਤਾਂ ਅਗਲੀ ਵਾਰ ਪਿੰਡ ਵਾਲਿਆਂ ਨੇ ਬਣਨ ਨਹੀਂ ਦੇਣੇ। ਸੋ ਇਸ ਕਰਕੇ ਮੈਨੂੰ ਲੱਗਦਾ ਇਹਦਾ ਵੀ ਬਹੁਤ ਵੱਡਾ ਫਾਇਦਾ ਸਟੂਡੈਂਟ ਤਬਕੇ ਨੂੰ ਜਾਊਗਾ। ਸਟੂਡੈਂਟ ਨੂੰ ਜਿਹੜੇ ਨਾਟ ਐਲੀਜੀਬਲ ਹੁੰਦੇ ਹੋਏ ਵੀ ਇਨਰੋਲ ਹੋ ਜਾਂਦੇ ਸੀ, ਉਹਨਾਂ ਨੂੰ ਨਾ ਸੁਣਨੀ ਜ਼ਰੂਰ ਪਏਗੀ, ਪਰ ਉਹਨਾਂ ਦਾ ਪੈਸੇ ਦਾ ਨੁਕਸਾਨ ਔਰ ਸਮੇਂ ਦਾ ਨੁਕਸਾਨ ਨਹੀਂ ਹੋਊਗਾ। ਬਾਕੀ ਗੱਲ ਮੈਂ ਜਤਿੰਦਰ ਜੀ ਨਾਲ ਕਰਾਂਗਾ। ਕੁਝ ਸਵਾਲ ਨੇ ਜਿਹੜੇ ਬੱਚਿਆਂ ਦੇ ਸੀਗੇ, ਅੱਜ ਮੈਂ ਵੀ ਕਲੈਰਿਟੀ ਲੈਣਾ ਚਾਹੁੰਦਾ ਸੀ ਤੇ ਮੈਂ ਤੁਹਾਡੇ ਰੂਬਰੂ ਹੋ ਕੇ ਕਲੈਰਿਟੀ ਲੈਣਾ। ਜਤਿੰਦਰ ਜੀ ਪਹਿਲਾਂ ਤਾਂ ਵੈਲਕਮ ਹੈ ਤੁਹਾਡਾ, ਤੁਸੀਂ ਪਹੁੰਚੇ ਇੰਨੀ ਦੂਰ, ਸਮਾਂ ਕੱਢ ਕੇ ਆਏ ਹੋ, ਸੋ ਬਿਲਕੁਲ ਥੈਂਕ ਯੂ ਵੈਰੀ ਮੱਚ। ਅਸੀਂ ਐਡੂਲੇਟ ਦੀ ਟੀਮ ਵੀ ਤੁਹਾਡਾ ਧੰਨਵਾਦ ਕਰਦੀ ਹੈ। ਔਰ ਪਹਿਲਾਂ ਮੈਂ ਦੱਸਣਾ ਚਾਹੁੰਦਾ ਕਿ ਤੁਸੀਂ ਜਿਹੜੀ ਯੂਨੀਵਰਸਿਟੀ ਅੱਜ ਆਪਾਂ ਬੱਚਿਆਂ ਨੂੰ ਐਨਰੋਲ ਵੀ ਕੀਤਾ ਹੈ, ਜਿਹੜੇ ਬੱਚਿਆਂ ਨੇ ਇੰਟਰਸਟ ਦਿਖਾਇਆ ਵਾ, ਦੇ ਵਿਲ ਅਪਲਾਈ ਆਫਰ ਲੈਟਰ ਸੂਨ। ਔਰ ਮੈਂ ਇਹੀ ਚਾਹੁੰਦਾ ਵਾ ਕਿ ਥੋੜ੍ਹਾ ਜਿਹਾ ਉਹਨਾਂ ਨੂੰ ਦੱਸੋ ਜਿਹੜੇ ਦਰਸ਼ਕ ਨੇ ਕਿ ਯੂਨੀਵਰਸਿਟੀ ਸਿਚੁਏਟਡ ਕਿੱਥੇ ਕਿੱਥੇ ਹੈ, ਕਿਉਂਕਿ ਅੱਜ ਦੇ ਬੱਚਿਆਂ ਨੂੰ ਦੱਸਤਾ ਸੀ, ਦਰਸ਼ਕ ਬਹੁਤ ਦੇਖ ਰਹੇ ਨੇ, ਤੇ ਤੁਸੀਂ ਜ਼ਰੂਰ ਦੱਸੋ ਕਿ ਕਿੱਥੇ ਕਿੱਥੇ ਕੈਂਪਸ ਹੈਗੇ ਨੇ। ਸਭ ਤੋਂ ਪਹਿਲਾਂ ਸਰ ਆਈ ਵੁੱਡ ਲਾਈਕ ਟੂ ਥੈਂਕ ਯੂ ਫॉर ਇਨਵਾਈਟਿੰਗ ਮੀ ਇਨ ਦਿਸ ਨਿਊ ਕਾਈਂਡ ਆਫ ਸੈਮੀਨਾਰ। ਐਂਡ ਬਾਕੀ ਜੇ ਆਪਾਂ ਗੱਲ ਕਰੀਏ ਟੋਰੈਂਸ ਯੂਨੀਵਰਸਿਟੀ ਦੀ, ਤੇ ਟੋਰੈਂਸ ਯੂਨੀਵਰਸਿਟੀ 10 ਸਾਲ ਪੁਰਾਣੀ ਯੂਨੀਵਰਸਿਟੀ ਹੈ। ਐਂਡ ਜਿਵੇਂ ਕਿ ਆਸਟ੍ਰੇਲੀਆ ਦੇ ਵਿੱਚ ਆਪਾਂ ਗੱਲ ਕਰੀਏ ਤੇ ਬੱਚਿਆਂ ਦੀ ਹਮੇਸ਼ਾ ਹੀ ਡਿਮਾਂਡ ਰਹਿੰਦੀ ਹੈ ਸਿਡਨੀ ਜਾਂ ਮੈਲਬਨ। तो साढ़े कैंपस सिडनी, मैलबर्न, एडलेड एंड ब्रिस्बेन ਦੇ ਵਿੱਚ कैंपस ने। एंड ਅਸੀਂ ਸਾਰੇ ਤਰ੍ਹਾਂ ਦੇ ਪ੍ਰੋਗਰਾਮ ਆਫਰ ਕਰ ਰਹੇ ਹਾਂ, ਲਾਈਕ UG, ਗ੍ਰੈਜੂਏਟ ਸਰਟੀਫਿਕੇਟ ਐਂਡ ਮਾਸਟਰਸ। ਤੇ ਸਕਾਲਰਸ਼ਿਪ ਵੀ ਔਨ ਮੈਰਿਟ ਬੇਸਿਸ ਹੈ, ਜਿਹੜੀ 15% ਤੋਂ ਲੈ ਕੇ 20% ਹੈ। ਐਂਡ ਜੇ ਬੱਚਾ ਬ੍ਰਿਸਬੇਨ ਦੇ ਵਿੱਚ ਜਾਂਦਾ ਹੈ ਤਾਂ ਉਹਨੂੰ 30% ਸਕਾਲਰਸ਼ਿਪ ਮਿਲੇਗੀ। ਐਂਡ ਸਾਡੇ ਕੋਲ ਜੀ ਸਰ ਬੇਸ ਕੀ ਹੋਗਾ ਸਕਾਲਰਸ਼ਿਪ ਦੱਸੋ ਤੁਸੀਂ? ਸਰ ਮੈਰਿਟ ਬੇਸ ਵੀ ਹੈ, ਤੇ ਜੇ ਬ੍ਰਿਸਬੇਨ ਜਾਏਗਾ ਬੱਚਾ 30% ਸਕਾਲਰਸ਼ਿਪ, ਫਲੈਟ ਸਕਾਲਰਸ਼ਿਪ ਸਟੇਟ ਵੀ ਹੈ, ਮਤਲਬ ਹਰ ਸਟੂਡੈਂਟ ਨੂੰ ਦੋਗੇ ਜੀ। ਇਹ ਬਹੁਤ ਵਧੀਆ ਚੀਜ਼ ਦੇਖੀ ਮੈਂ। ਮੈਨੂੰ ਲੱਗਦਾ ਜਦੋਂ ਸਕਾਲਰਸ਼ਿਪ ਮਿਲਦੀਆਂ ਨੇ ਹੋਰ ਕੰਟਰੀਜ਼ ਵਿੱਚ ਵੀ ਸੁਣਦੇ ਆ ਤੇ ਬੇਸਡ ਔਨ ਅਕੈਡਮਿਕਸ ਹੁੰਦੀਆਂ ਜਾਂ ਬੇਸਡ ਔਨ ਆਇਲਸ ਹੁੰਦੀਆਂ, ਬਟ ਟੋਰੈਂਸ ਉੱਥੇ ਹਰ ਬੱਚੇ ਨੂੰ ਸਕਾਲਰਸ਼ਿਪ ਦੇ ਰਿਹਾ। ਇਟਸ ਅ ਵੈਰੀ ਗੁੱਡ ਥਿੰਗ ਮੈਨੂੰ ਲੱਗਦਾ ਵਾ। ਔਰ ਜਤਿੰਦਰ ਜੀ, ਜਿਵੇਂ ਇਸ ਟਾਈਮ ਸਕਸੈਸ ਰੇਟ, ਜਿਵੇਂ ਹਰ ਬੱਚਾ ਅਪਲਾਈ ਕਰਦਾ, ਆਪਾਂ ਨੂੰ ਸੁਣ ਰਿਹਾ ਹੋਣਾ ਵਾ, ਜਿਹੜਾ ਅਪਲਾਈ ਕਰਨਾ ਚਾਹੁੰਦਾ ਉਹ ਇਹ ਵੀ ਸੋਚਦਾ ਹੋਣਾ ਕਿ ਸਕਸੈਸ ਰੇਟ ਕੀ ਹੈ ਟੋਰੈਂਸ ਦਾ। ਸਰ ਦੇਖੋ, ਜੇ ਪ੍ਰੋਫਾਈਲ ਬੱਚੇ ਦਾ ਬਹੁਤ ਵਧੀਆ ਹੈ, ਜਿਵੇਂ ਆਪਾਂ UG ਦੀ ਗੱਲ ਕਰੀਏ, UG ਦੇ ਵਿੱਚ ਜੇ ਬੱਚਾ ਸਟੇਟ ਬੋਰਡ ਹੈ ਤਾਂ ਉਹਦੀ ਘੱਟੋ ਘੱਟ ਮਿਨੀਮਮ 70% ਪਰਸੈਂਟੇਜ ਹੋਣੀ ਚਾਹੀਦੀ ਹੈ। ਐਂਡ ਜੇ ਆਪਾਂ UG ਦੇ ਵਿੱਚ ਆਇਲਸ ਦੀ ਗੱਲ ਕਰੀਏ, 6 ਓਵਰਆਲ 5.5 in 1 ਦੇ ਨਾਲ ਬੱਚਾ ਅਪਲਾਈ ਕਰ ਸਕਦਾ ਹੈ। ਜੇ ਜੈਨੂਇਨ ਫੰਡਸ ਹੈਗੇ ਨੇ ਤਾਂ ਐਵਰੀਥਿੰਗ ਇਜ਼ ਪਰਫੈਕਟ, ਦੈਨ ਵੀਜ਼ਾ ਇਜ਼ ਦੇਅਰ, ਸੋ ਦੇਅਰ ਇਜ਼ ਨੋ ਇਸ਼ੂ ਇਨ ਵੀਜ਼ਾ। ਐਂਡ ਸੇਮ ਗੋਜ਼ ਫॉर ਮਾਸਟਰਸ। ਮਾਸਟਰ ਦੇ ਵਿੱਚ ਵੀ ਸਾਡੀ ਰਿਕੁਆਇਰਮੈਂਟ ਜਿਹੜੀ ਹੈ 6.5 ਨੋ ਲੈਸ ਦੈਨ 6 ਬੈਂਡ ਹੈ। ਐਂਡ ਗ੍ਰੈਜੂਏਸ਼ਨ ਦੇ ਵਿੱਚ ਬੱਚੇ ਦੀ ਆਲਮੋਸਟ 60% ਮਾਰਕਸ ਹੋਣੇ ਚਾਹੀਦੇ ਨੇ ਵਿਦ ਰੈਲੇਵੈਂਟ ਐਕਸਪੀਰੀਅੰਸ। ਅਪ ਟੂ 5 years ਆਫ ਐਕਸਪੀਰੀਅੰਸ ਵੀ ਆਰ ਅਸੈਪਟਿੰਗ, ਤੇ ਫੰਡਸ ਵਗੈਰਾ ਜੈਨੂਇਨ ਨੇ ਤੇ ਬੱਚੇ ਦਾ ਵੀਜ਼ਾ ਆ ਸਕਦਾ ਹੈ। ਜਤਿੰਦਰ ਜੀ, ਮੈਂ ਰੋਕਿਆ ਤੁਹਾਨੂੰ, ਸੌਰੀ, ਤੁਸੀਂ ਕੁਝ ਬੋਲਣ ਲੱਗੇ ਸੀ, ਪਰ ਮੇਰੇ ਮਨ 'ਚ ਇੱਕ ਸਵਾਲ ਆ ਗਿਆ। ਤੁਸੀਂ ਬਹੁਤ ਵੱਡੇ ਵੱਡੇ ਹੋਟਲਾਂ 'ਚ ਸੈਮੀਨਾਰ ਕੀਤੇ ਨੇ, ਅੱਜ ਇੱਥੇ ਆ ਕੇ ਸੈਮੀਨਾਰ ਕਰਕੇ ਕਿੱਦਾਂ ਦਾ ਲੱਗ ਰਿਹਾ? ਕਿਉਂ ਨਾਜ਼ਰ ਜੀ, ਸਹੀ ਸਵਾਲ ਆ ਮੇਰਾ? ਸਹੀ ਹੈ ਸਰ ਦੇਖੋ, ਇਟ ਇਜ਼ ਅ ਵੈਰੀ ਨਿਊ ਐਕਸਪੀਰੀਅੰਸ, ਗਰਾਊਂਡ ਲੈਵਲ ਐਕਟੀਵਿਟੀ ਹੈ ਇਸ ਤਰ੍ਹਾਂ ਦੀ ਜੇ ਆਪਾਂ ਗੱਲ ਕਰੀਏ। ਐਂਡ ਆਪਣੇ ਕੋਲ ਜਿਹੜੇ ਕਲਾਇੰਟ ਵੀ ਆਏ ਨੇ ਜਾਂ ਜਿਹੜੇ ਪ੍ਰੋਸਪੈਕਟਸ ਆਏ ਨੇ, ਦੇ ਆਰ ਵੈਰੀ ਪੋਜ਼ਿਟਿਵ। ਐਂਡ ਇੱਥੇ ਆ ਕੇ ਇਹ ਪਤਾ ਲੱਗਿਆ ਕਿ ਹਰ ਜਗ੍ਹਾ ਤੇ ਪ੍ਰੋਸਪੈਕਟਸ ਹਨ, ਬੱਚੇ ਜਾਣਾ ਚਾਹੁੰਦੇ ਨੇ। ਸਿਰਫ ਕੋਸ਼ਿਸ਼ ਇਹ ਹੈ ਕਿ ਆਪਾਂ ਉਹਨਾਂ ਦੇ ਦਰ ਤੱਕ ਉਹ ਸਾਡੇ ਕੋਲ ਆਉਣ, ਇਸ ਤੋਂ ਬੈਟਰ ਕਿ ਅਸੀਂ ਉਹਨਾਂ ਕੋਲ ਪਹੁੰਚੀਏ। ਬਿਲਕੁਲ। ਹੁਣ ਮੈਂ ਨਾਜ਼ਰ ਜੀ ਨਾਲ ਗੱਲ ਕਰਨਾ ਚਾਹਣਾ ਵਾ, ਕਿਉਂਕਿ ਇਹਨਾਂ ਦਾ ਹੀ ਉਪਰਾਲਾ ਸੀਗਾ ਕਿ ਅਸੀਂ ਪਿੰਡ ਵਿੱਚ ਆਈਏ, ਔਰ ਮੈਨੂੰ ਤਾਂ ਮੇਰਾ ਐਕਸਪੀਰੀਅੰਸ ਬਹੁਤ ਵਧੀਆ ਰਿਹਾ। ਨਾਜ਼ਰ ਜੀ, ਤੁਸੀਂ ਇਹਨੂੰ ਕਿੱਦਾਂ ਲਿਆ? ਤੁਹਾਡਾ ਐਕਸਪੀਰੀਅੰਸ ਕਿਹੋ ਜਿਹਾ ਰਿਹਾ? ਕਿਉਂਕਿ ਤੁਹਾਡੀ ਵੀ ਬੜੀ ਮਿਹਨਤ ਲੱਗੀ ਹੈ ਬੱਚਿਆਂ ਨੂੰ ਗੈਦਰ ਕਰਨ ਦੇ ਵਿੱਚ। ਤੁਹਾਡਾ ਐਕਸਪੀਰੀਅੰਸ ਕੀ ਕਹਿੰਦਾ ਵਾ, ਔਰ ਇਹ ਕਿਸ ਤਰ੍ਹਾਂ ਬੈਸਟ ਹੋ ਸਕਦਾ ਅੱਗੇ ਆਉਣ ਵਾਲੇ ਟਾਈਮ 'ਚ? ਸਰ, ਸਭ ਤੋਂ ਪਹਿਲਾਂ ਤਾਂ ਗੁਰਪ੍ਰੀਤ ਜੀ ਮੇਰੇ ਨਾਲ ਨੇ, 4 ਸਾਲਾਂ ਤੋਂ ਮੈਂ ਇਹਨਾਂ ਨੂੰ ਜਾਣਦਾ। ਮੈਨੂੰ ਇਹਨਾਂ ਦਾ ਕੰਮ ਬਹੁਤ ਸਾਫ਼ ਸੁਥਰਾ ਲੱਗਿਆ। ਦੂਸਰੀ ਗੱਲ ਇਹ ਆ ਵੀ ਇਹਨਾਂ ਦਾ ਐਕਸਪੀਰੀਅੰਸ ਮੈਨੂੰ ਬਹੁਤ ਹੀ ਵਧੀਆ ਲੱਗਿਆ। ਇੱਕ ਤਾਂ ਬੱਚਾ ਜੀ ਇੱਥੋਂ ਚੰਡੀਗੜ੍ਹ, ਮੋਹਾਲੀ ਜਾਂ ਬੜੇ ਬੜੇ ਸ਼ਹਿਰਾਂ 'ਚ ਕਿਤੇ ਵੀ ਜਾਂਦਾ, ਜਲੰਧਰ ਜਾਂਦਾ ਗਾ, ਇੱਕ ਵਾਰੀ ਉਹ ਬੁਲਾ ਲੈਂਦੇ ਨੇਗੇ ਵੀ ਹਾਂ ਤੁਹਾਡਾ ਵੀਜ਼ਾ ਇਸ ਤਰ੍ਹਾਂ ਲਵਾ ਦਾਂਗੇ, ਤੁਹਾਨੂੰ ਸਕਾਲਰਸ਼ਿਪ ਦਵਾ ਦਾਂਗੇ। ਆਹ ਕਾਲਜ ਸਾਰੇ 5.5 ਵਾਲੇ ਵੀ 5 ਵਾਲੇ ਵੀ ਐਕਸਪੈਕਟ ਕਰੀ ਜਾਂਦੇ ਨੇਗੇ। ਉਸ ਤੋਂ ਬਾਅਦ ਉਹਨਾਂ ਦਾ ਕੋਈ ਜਵਾਬ, ਰਿਸਪੌਂਸ ਹੀ ਨਹੀਂ ਮਿਲਦਾ ਜੀ, ਫੋਨ ਹੀ ਨਹੀਂ ਚੱਕਦੇ। ਉਸ ਤੋਂ ਬਾਅਦ ਇਹਨਾਂ ਦੇ ਸਾਨੂੰ ਪਹਿਲਾਂ ਹੀ ਬਹੁਤ ਵਧੀਆ ਗੱਲਾਂ ਲੱਗੀਆਂ, ਤੇ ਅੱਜ ਵੀ ਸਾਨੂੰ ਇਹਨਾਂ ਨਾਲ ਗੱਲਬਾਤ ਕਰਕੇ ਵਧੀਆ ਲੱਗਿਆ। ਇਹਨਾਂ ਦਾ ਕੰਮ ਇਸ ਤਰ੍ਹਾਂ ਚੱਲੀ ਗਿਆ, ਅਸੀਂ ਦੁਬਾਰਾ ਵੀ ਇਹਨਾਂ ਨੂੰ ਬੁਲਾਵਾਂਗੇ ਜੀ। ਬਿਲਕੁਲ ਇਹੀ ਹੁੰਦਾ ਵਾ ਜਦੋਂ ਮੈਂ ਦੇਖਦਾ ਜਿਵੇਂ ਬਾਹਰ ਜਾਂਦੇ ਬੱਚੇ ਕੰਸਲਟੈਂਟ ਕੋਲ, ਮੈਂ ਜਿਵੇਂ ਪਹਿਲਾਂ ਕਿਹਾ ਸੀ ਕਿ ਕੋਈ ਵੀ ਬੱਚੇ ਨੂੰ ਪ੍ਰੋਫਾਈਲ ਨੂੰ ਐਲੀਜੀਬਲ ਬੁਲਾ ਲੈਂਦਾ। ਅੱਜ ਨਾਜ਼ਰ ਦੇ ਸਾਹਮਣੇ ਕਾਫੀ ਪ੍ਰੋਫਾਈਲ ਇੱਦਾਂ ਦੀ ਰਹੀ ਜਿਹਨੂੰ ਆਪਾਂ ਮਨਾ ਕਰ ਦਿੱਤਾ ਸਾਫ਼ ਕਿ ਉਹਨਾਂ ਦਾ ਕੰਮ ਨਹੀਂ ਹੋ ਸਕਦਾ। ਸਿਰਫ ਇਸੇ ਮੱਦੇ ਨਜ਼ਰ ਆਏ ਸੀ, ਨਾ ਤਾਂ ਕੋਈ ਫੀਸ ਸੀਗੀ ਐਡੂਲੈਂਡ ਇਮੀਗ੍ਰੇਸ਼ਨ ਦੀ ਅੱਜ ਦੀ, ਨਾ ਹੀ ਕਿਸੇ ਅਪਲਾਈ ਕਰਨ ਵਾਲੇ ਬੱਚੇ ਤੋਂ ਫੀਸ ਲਈ ਗਈ ਹੈ, ਔਰ ਨਾ ਹੀ ਅੱਗੇ ਜਾ ਕੇ ਕੋਈ ਵੀ ਫੀਸ ਲਵਾਂਗੇ ਅਪਲਾਈ ਕਰਨ ਵਾਲੇ ਸਟੂਡੈਂਟਸ ਤੋਂ।
ਔਰ ਇਹੀ ਮਕਸਦ ਨਾਲ ਸੀ ਜਿਹੜਾ ਬੱਚਾ ਐਲੀਜੀਬਲ ਹੈ ਉਹਨੂੰ ਕਰਾਂਗੇ ਹਾਂ, ਜਿਹੜਾ ਬੱਚਾ ਨਾਨ ਐਲੀਜੀਬਲ ਆ ਉਹਨੂੰ ਸਾਫ਼ ਕਰਾਂਗੇ ਨਾ, ਔਰ ਕਵਾਂਗੇ ਕਿ ਜਾਂ ਤਾਂ ਕੰਟਰੀ ਚੇਂਜ ਕਰ ਲਓ ਜਾਂ ਆਪਣੀ ਪ੍ਰੋਫਾਈਲ ਨੂੰ ਬਿਹਤਰ ਬਣਾ ਲਓ, ਆਪਣੀ ਆਇਲਟਸ ਦੁਬਾਰਾ ਕਰ ਲਓ ਢੰਗ ਨਾਲ, ਤਾਂ ਹੀ ਇਹ ਤੁਸੀਂ ਪੌੜੀ ਚੜ੍ਹ ਸਕਦੇ ਹੋ ਬਾਹਰ ਜਾਣ ਵਾਲੀ। ਅਦਰਵਾਈਜ਼ ਨਾਨ ਐਲੀਜੀਬਲ ਪ੍ਰੋਫਾਈਲ ਨੂੰ ਅਸੀਂ ਬਿਲਕੁਲ ਵੀ ਯੈਸ ਨਹੀਂ ਕਰਾਂਗੇ। ਸੋ ਮੇਰਾ ਵੀ ਐਕਸਪੀਰੀਅੰਸ ਬਹੁਤ ਚੰਗਾ ਰਿਹਾ, ਨਾਜ਼ਰ ਜੀ ਦਾ ਵੀ ਪਰਸਨਲ ਐਕਸਪੀਰੀਅੰਸ, ਜਿੱਦਾਂ ਉਹਨਾਂ ਨੇ ਦੱਸਿਆ ਕਿ ਜੋ ਅਸੀਂ ਅੱਜ ਕਮਿਟਮੈਂਟਸ ਕੀਤੀਆਂ ਐਡੂਲੈਂਡ ਦੀ ਟੀਮ ਨੇ, ਜੇ ਅਸੀਂ ਪੂਰੀਆਂ ਕਰਦੇ ਹਾਂ ਅਗਲੀ ਵਾਰ ਵੀ ਸਾਨੂੰ ਇਨਵੀਟੇਸ਼ਨ ਮਿਲੂਗਾ ਇੱਥੇ ਆਉਣ ਦਾ, ਵੱਖ-ਵੱਖ ਪਿੰਡਾਂ ਦੇ ਵਿੱਚ ਜਾਣ ਦਾ ਵੀ ਇਨਵੀਟੇਸ਼ਨ ਮਿਲੂਗਾ। ਸੋ ਇਸੇ ਨਾਲ ਮੈਂ ਅੱਗੇ ਹੋਰ ਕੋਸ਼ਿਸ਼ ਕਰਾਂਗਾ ਕਿ ਜਿਹੜੇ ਕਾਲਜ ਯੂਨੀਵਰਸਿਟੀਆਂ ਨੂੰ ਪਿੰਡਾਂ ਤੱਕ ਲੈ ਕੇ ਆਵਾਂ। ਮੇਰਾ ਜਿਹੜਾ ਏਮ ਰਹੂਗਾ ਹੁਣ ਉਹ ਬੱਚਿਆਂ, ਅੱਜ ਮੇਰੇ ਨਾਲ ਜਿਵੇਂ ਜਤਿੰਦਰ ਜੀ ਟੋਰੈਂਸ ਤੋਂ ਆਏ, ਆਸਟ੍ਰੇਲੀਆ ਨੂੰ ਰਿਪਰੈਜ਼ੈਂਟ ਕੀਤਾ, ਆਉਣ ਵਾਲੇ ਸਮੇਂ ਦੇ ਵਿੱਚ ਮੇਰਾ ਮਕਸਦ ਹੈ ਹੋਰ ਡੈਲੀਗੇਟਸ ਜਿਹੜੇ ਕਾਲਜ ਦੇ ਨੁਮਾਇੰਦੇ ਨੇ ਉਹਨਾਂ ਨੂੰ ਮੈਂ ਪਿੰਡ ਵਿੱਚ ਲੈ ਕੇ ਆਵਾਂ, ਦਿਖਾਵਾਂ ਉਹਨਾਂ ਨੂੰ ਕਿ ਕਿੱਥੋਂ ਬੱਚਾ ਉੱਠ ਕੇ ਕਿਵੇਂ ਲੱਖਾਂ ਰੁਪਈਆ ਲਾ ਕੇ ਬਾਹਰ ਨਿਕਲਦਾ ਵਾ। ਔਰ ਮੇਰੇ ਕੋਲ ਅੱਜ ਕਈ ਮਾਂ-ਬਾਪ ਸੀ ਜਿਹੜੇ ਕਹਿੰਦੇ ਕਿ ਸਰ ਅਸੀਂ ਮਤਲਬ ਬਿਲਕੁਲ ਮਾਤੜ ਬੰਦੇ ਆ, ਅਸੀਂ ਸਾਡੇ ਕੋਲ ਜ਼ਿਆਦਾ ਪੈਸਾ ਨਹੀਂ ਹੈ। ਅਤੇ ਮੇਰਾ ਇੱਕੋ ਹੀ ਜਵਾਬ ਸੀ ਕਿ ਬਾਹਰ ਜਾਂਦਾ ਹੀ ਮਾਤੜ ਹੈ, ਬਾਹਰ ਜਾਂਦਾ ਹੀ ਉਹੀ ਹੈ ਜਿਹਦੇ ਕੋਲ ਬਹੁਤ ਘੱਟ ਪੈਸਾ ਆ, ਹੈ ਹੀ ਨਹੀਂ ਉਹਨੇ ਕਰਜ਼ਾ ਚੱਕਣਾ ਜਾਂ ਕੁਝ ਵੇਚਣਾ ਹੈਗਾ। ਜਿਹਦੇ ਕੋਲ ਬਹੁਤ ਪੈਸਾ ਉਹ ਸਿਰਫ ਘੁੰਮਣ ਜਾਂਦਾ ਹੈ, ਘੁੰਮ ਫਿਰ ਕੇ ਵਾਪਸ ਆ ਜਾਂਦਾ ਹੈ। ਸੋ ਸਾਡਾ ਮਕਸਦ ਇਹੀ ਸੀ, ਤੁਸੀਂ ਕਿਸੇ ਵੀ ਕੰਟਰੀ ਦੇ ਵਿੱਚ ਸਾਡੇ ਕੋਲ ਅੱਜ ਅਪਲਾਈ ਕੀਤਾ ਔਰ ਅੱਗੇ ਵੀ ਕਰੋਗੇ, ਕੋਈ ਵੀ ਪੈਸਾ ਐਡੂਲੈਂਡ ਨਹੀਂ ਚਾਰਜ ਕਰੇਗਾ ਔਰ ਪੂਰੀਆਂ ਸਰਵਿਸਿਜ਼ ਦੇਵਾਂਗੇ। ਔਰ ਜਿਵੇਂ ਨਾਜ਼ਰ ਜੀ ਨੇ ਕਿਹਾ ਫ਼ੋਨ ਨਹੀਂ ਚੱਕਦੀਆਂ ਕੰਪਨੀਆਂ ਵੱਡੀਆਂ, ਅਤੇ ਅਸੀਂ ਉਸ ਚੀਜ਼ ਨੂੰ ਵੀ ਖ਼ਤਮ ਕਰਾਂਗੇ ਔਰ ਹਰ ਫੋਨ ਚੱਕਾਂਗੇ, ਬੱਚੇ ਨਾਲ ਗੱਲਬਾਤ ਕਰਾਂਗੇ, ਤਾਂ ਕਿ ਜਿਹੜਾ ਪ੍ਰੋਸੈਸ ਹੈ ਇੱਕ ਹਰਡਲਸ ਵਾਲਾ ਪ੍ਰੋਸੈਸ ਬਣ ਚੁੱਕਿਆ ਬਹੁਤ ਸਮੂਥ ਹੋ ਜਾਏ। ਔਰ ਤਾਂ ਕਿ ਜਿਹੜੇ ਸਟੂਡੈਂਟ ਬਾਹਰ ਜਾਣ ਨੂੰ ਲੈ ਕੇ 100 ਸਵਾਲ ਸੀ, ਹਰ ਬੱਚੇ ਨੇ ਇੰਡੀਵਿਜੂਅਲ ਪ੍ਰੋਫਾਈਲ ਸ਼ੇਅਰ ਕੀਤੀ, ਇਕੱਲੇ ਬੱਚੇ ਨੇ ਆਪਣੇ ਮਤਲਬ ਦੇ ਕੁਐਸਚਨ ਪੁੱਛੇ ਜਿਨ੍ਹਾਂ ਦੇ ਕਿਉਂਕਿ ਪ੍ਰੋਬਲਮ ਸੀਗੀਆਂ, ਸਟੂਡੈਂਟ ਨੂੰ ਉਹਦਾ ਜਵਾਬ ਨਹੀਂ ਮਿਲ ਪਾ ਰਿਹਾ ਸੀ। ਪਰ ਅੱਜ ਇੱਥੇ ਮੈਨੂੰ ਵੀ ਤਸੱਲੀ ਹੋਈ, ਪੂਰੀ ਦਿਲੀ ਤਸੱਲੀ ਹੋਈ। ਅਤੇ ਕੀ ਹੁਣ ਅਸੀਂ ਅੱਗੇ ਵੀ ਇੱਥੇ ਆਉਂਦੇ ਰਹਾਂਗੇ। ਹੁਣ ਮੈਨੂੰ ਨਾਜ਼ਰ ਜੀ ਵੱਲੋਂ ਬਿਲਕੁਲ ਇਸ਼ਾਰਾ ਹੋ ਚੁੱਕਿਆ ਕਿ ਗੁਰਪ੍ਰੀਤ ਜੀ ਰੋਟੀ ਤਿਆਰ ਆ ਕਹਿੰਦੇ ਹੁਣ ਸਾਡੇ ਘਰ ਦੇ ਵਿੱਚ, ਅਤੇ ਮੈਂ ਬਿਲਕੁਲ ਅੱਜ ਪਿੰਡ ਦੇ ਵਿੱਚ ਮਤਲਬ ਕਹਿ ਲਓ ਕਿ ਅਸੀਂ ਕਿੱਥੇ ਪਿੰਡ ਜਾਂਦੇ ਹਾਂ, ਅਤੇ ਅੱਜ ਬਹੁਤ ਮੌਕਾ ਮਿਲਿਆ ਵਾ ਇੱਕ ਮਤਲਬ ਹਾਈਜੀਨਿਕ ਫੂਡ ਖਾਣ ਦਾ, ਅਤੇ ਉਹ ਅਸੀਂ ਅੱਜ ਬਿਲਕੁਲ ਇੱਥੇ ਬੈਠੇ ਹਾਂ ਅਤੇ ਅੱਗੇ ਵੀ ਮਿਲਦੇ ਰਹਾਂਗੇ। ਥੈਂਕ ਯੂ ਵੈਰੀ ਮੱਚ। ਸਤਿ ਸ਼੍ਰੀ ਅਕਾਲ ਜੀ। ਜੇ ਅੱਜ ਦੀ ਇਹ ਵੀਡੀਓ ਦੇ ਵਿੱਚ ਤੁਹਾਨੂੰ ਲੱਗਦਾ ਕਿ ਜਿਹੜੀ ਅੱਜ ਇਹ ਐਕਟੀਵਿਟੀ ਇੱਥੇ ਇਸ ਪਿੰਡ ਵਿੱਚ ਕਰਮਗੜ੍ਹ 'ਚ ਹੋਈ ਹੈ ਉਹ ਐਕਟੀਵਿਟੀ ਤੁਹਾਡੇ ਆਪਣੇ ਪਿੰਡ ਦੇ ਵਿੱਚ ਹੋਵੇ, ਤੇ ਮੈਂ ਬਿਲਕੁਲ ਤਿਆਰ ਹਾਂ ਐਡੂਲੈਂਡ ਦੀ ਟੀਮ ਦੇ ਨਾਲ ਤੁਹਾਡੇ ਪਿੰਡ ਵਿੱਚ ਆਉਣ ਲਈ। ਪਿੰਡ ਕਿੱਥੇ ਵੀ ਦੂਰ ਨਾ ਹੋਵੇ, 100 ਕਿਲੋਮੀਟਰ, 200, 300, 400, 500 ਕਿਲੋਮੀਟਰ ਹੋਵੇ, ਅਸੀਂ ਤੁਹਾਡੇ ਪਿੰਡ ਆਉਣ ਲਈ ਤਿਆਰ ਹਾਂ। ਮੈਂ ਲੈ ਕੇ ਆਵਾਂਗਾ ਕਾਲਜ ਦੇ ਨੁਮਾਇੰਦਿਆਂ ਨੂੰ ਤੁਹਾਡੇ ਆਪਣੇ ਪਿੰਡ ਦੇ ਵਿੱਚ, ਮੈਂ ਤੁਹਾਡੇ ਲੈ ਕੇ ਆਵਾਂਗਾ ਯੂਨੀਵਰਸਿਟੀ ਵਾਲਿਆਂ ਨੂੰ ਵੀ ਤੁਹਾਡੇ ਪਿੰਡ ਵਿੱਚ, ਆਪਣੀ ਪੂਰੀ ਟੀਮ ਨਾਲ ਆਵਾਂਗਾ। ਜੇ ਤੁਸੀਂ ਵੀ ਬੁਲਾਉਣਾ ਚਾਹੁੰਦੇ ਹੋ, ਦਿੱਤੇ ਗਏ ਨੰਬਰ ਦੇ ਉੱਤੇ ਸੰਪਰਕ ਕਰੋ 99155 62155 ਦੇ ਉੱਤੇ। ਇਹ ਮੇਰਾ ਡਾਇਰੈਕਟ ਨੰਬਰ ਹੈਗਾ, ਔਰ ਇਸ 'ਚ ਤੁਸੀਂ ਮੈਨੂੰ ਗੱਲ ਕਰ ਸਕਦੇ ਹੋ ਮੇਰੇ ਨਾਲ, ਔਰ ਆਪਣੇ ਪਿੰਡ ਵਿੱਚ ਬੁਲਾਉਣ ਵਾਸਤੇ ਵੀ ਗੱਲ ਕਰ ਸਕਦੇ ਹੋ। ਜੇ ਕੋਈ ਸੁਜੈਸ਼ਨ ਹੈ ਤੁਸੀਂ ਉਹ ਵੀ ਦੇ ਸਕਦੇ ਹੋ। ਥੈਂਕ ਯੂ ਵੈਰੀ ਮਚ। ਸਤਿ ਸ਼੍ਰੀ ਅਕਾਲ ਜੀ।